हमारी रक्षा करे। कलगीधर जगदीश नानक गुरु गोबिंद सिंह पूरन गुर अवतार। जगमग जोत बिराज रही श्री अब चल नगर मजार। जगमग जोत बिराज रही श्री अब चल नगर मजार। बादशाह दरवेश गुरु गोबिंद सिंह शाहे शहनशाह गुरु गोबिंद सिंह। इन्हीं को सिरदार बनाऊं तबै गोबिंद सिंह नाम कहाऊं। चिड़ियों से मैं बाज लड़ाऊं तबै गोबिंद सिंह नाम कहाऊं। चिड़ियों से मैं बाज लड़ाऊं तबै गोबिंद सिंह नाम कहाऊं। इन्हीं को सिरदार बनाऊं तबै गोबिंद सिंह नाम कहाऊं। आए प्रभ शरणागति कृपा निध दयाल। एक अक्षर हर मन वस्त नानक होत निहाल। गुरु प्यारी साध संगत जी, साहिब जी ने कृपा कीती है अपने ते, तरस कीता श्री गुरु ग्रंथ साहिब जी दी पावन हजूरी दे अंदर आपां सज के रोजाना दी तरह ही श्री मुखवाक साहिब जी दी कथा विचार सरवण करन लई इकत्तर होए हाँ। वड्डे भागां दी निशानी है। मनुखे जन्म दा सब तो श्रेष्ठ ते उत्तम लाहा यही जानो, जिंदगी दा एक एक पल बड़ा ही कीमती आ। सवास सवास बड़े कीमती हन। जदों गुरु साहिबान दे कोल आके सजदे हाँ, ये सवास होर भी कीमती हो जाते ने। जदों गुरु साहिबान दे कोल आके बैठ जाते हाँ, ये घड़ियाँ बहुत खूबसूरत बन जांदियां ने। इकल्लियां बहन दे नाल खूबसूरत नहीं बनदियां। जो गुरु साहिबान कहिंदे ने उहनूं सुन के उहनूं मन के हिरदे च वसा के जिंदगी सोहनी बनदी आ। गुरबाणी दी विचार नूं आरंभ करिए। प्रथम गुरुदेव जी दी बख्शी हुई फतेह नूं प्रवान करना जी। प्यार ते अदब दे नाल आखो जी वाहिगुरु जी का खालसा वाहिगुरु जी की फतेह। अज दा पावन मुख वाक गुरु अंगद देव जी महाराज तिन्हां दी रसना तो गायन किया होया एक सलोक है।
ਜਿਹਦੇ ਨਾਲ ਕੁਝ ਹੋਰ ਛੋਟੇ ਛੋਟੇ ਸ਼ਲੋਕ ਜੁੜੇ ਹੋਏ ਹਨ ਤੇ ਇੱਕ ਪੌੜੀ ਹੈ। ਸੂਹੀ ਰਾਗ ਦੇ ਅੰਦਰ 787 ਅੰਗ ਦੇ ਉੱਪਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅੰਕਿਤ ਹੈ, ਦਰਜ ਹੈ। ਪ੍ਰਮੁੱਖ ਗੱਲ ਜੋ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਜਿਨ੍ਹਾਂ ਨੂੰ ਇਹ ਪਤਾ ਲੱਗ ਜਾਵੇ ਵੀ ਆਪਾਂ ਚਲੇ ਜਾਣਾ, ਰਹਿਣਾ ਨਹੀਂ। ਇੱਕ ਹੁੰਦਾ ਸੁਣਨੀ ਗੱਲ, ਇੱਕ ਹੁੰਦਾ ਮਹਿਸੂਸ ਕਰਨੀ, ਇੱਕ ਹੁੰਦਾ ਦਿਲ ਦੇ ਵਿੱਚ ਵਸਾ ਲੈਣੀ। ਜਿਹੜੇ ਗੱਲ ਨੂੰ ਦਿਲ 'ਚ ਵਸਾ ਲੈਂਦੇ ਨੇ ਵੀ ਇੱਥੇ ਸਦਾ ਵਾਸਤੇ ਆਪਾਂ ਕਿਸੇ ਨੇ ਨਹੀਂ ਰਹਿਣਾ, ਉਹ ਵਿਥਾਰ ਨਹੀਂ ਕਰਦੇ, ਉਹ ਰੌਲਾ ਰੱਪਾ ਨਹੀਂ ਪਾਉਂਦੇ। ਵਿਥਾਰ ਦਾ ਅਰਥ ਹੁੰਦਾ ਬਹੁਤ ਖਿਲਾਰਾ ਖਿਲਾਰ ਦੇਣਾ। ਉਹ ਖਿਲਾਰਾ ਨਹੀਂ ਖਿਲਾਰਦੇ, ਰੌਲਾ ਰੱਪਾ ਨਹੀਂ ਪਾਉਂਦੇ, ਵਾਦ ਵਿਵਾਦ ਬਿਲਕੁਲ ਵੀ ਨਹੀਂ ਕਰਦੇ। ਵਾਦ ਵਿਵਾਦ ਕਾਹੂ ਸਿਉ ਨਾ ਕੀਜੈ, ਜੋ ਇਹ ਜਾਣ ਲੈਂਦੇ ਨੇ। ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੋੜ ਕੇ ਸ਼ੀਸ਼ ਮਹੱਲ ਚੱਲਿਆ, ਕੋਈ ਪਲਿਆ ਨਾਜ ਤੇ ਨਖਰਿਆਂ ਵਿੱਚ, ਕੋਈ ਗਰਮ ਰੇਤ ਤੇ ਥਲ ਚੱਲਿਆ, ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ। ਗੁਲਾਮ ਫਰੀਦਾ ਇੱਥੇ ਸਭ ਮੁਸਾਫਰ, ਨਹੀਂ ਕੋਈ ਅੱਜ ਚੱਲਿਆ ਕੋਈ ਕੱਲ੍ਹ ਚੱਲਿਆ। ਇਸ ਪ੍ਰਕਾਰ ਜਿਹਨੂੰ ਪਤਾ ਲੱਗ ਜਾਵੇ ਨਾ ਵੀ ਚਲੇ ਜਾਣਾ, ਸਦਾ ਵਾਸਤੇ ਨਹੀਂ ਆਏ ਹੋਏ ਇੱਥੇ ਆਪਾਂ। ਇੱਕ ਹੁੰਦਾ ਗੱਲ ਸਿਰਫ ਪੜ੍ਹ ਲੈਣੀ ਤੇ ਸੁਣ ਲੈਣੀ, ਉਹਨਾਂ ਦੀ ਗੱਲ ਨਹੀਂ ਕਰ ਰਹੇ। ਜਿਹੜੇ ਦਿਲ 'ਚ ਵਸਾ ਲੈਂਦੇ ਨੇ ਗੱਲ ਨੂੰ, ਗੁਲਾਮ ਫਰੀਦਾ ਇੱਥੇ ਸਭ ਮੁਸਾਫਰ, ਕੋਈ ਅੱਜ ਚੱਲਿਆ ਕੋਈ ਕੱਲ੍ਹ ਚੱਲਿਆ। ਉਹ ਕਦੇ ਵੀ ਝਗੜਦੇ ਨਹੀਂ, ਉਹ ਰੁੱਸਦੇ ਨਹੀਂ, ਉਹ ਗਿਲਾ ਨਹੀਂ ਕਰਦੇ, ਉਹ ਵਾਦ ਵਿਵਾਦ ਵੀ ਨਹੀਂ ਕਰਦੇ। ਕਿਉਂਕਿ ਪਤਾ ਲੱਗ ਜਾਂਦਾ ਵੀ ਜੋ ਸਾਹਮਣੇ ਆ ਮੇਰੇ ਇਨਸਾਨ, ਇਹਨੇ ਰਹਿਣਾ ਨਹੀਂ ਸਦਾ ਵਾਸਤੇ। ਜਿਹੜੀਆਂ ਚੀਜ਼ਾਂ ਆਪਾਂ ਹੱਥ 'ਚ ਫੜੀਆਂ ਨੇ ਉਹ ਨਹੀਂ ਰਹਿਣੀਆਂ, ਕਿਉਂਕਿ ਹੱਥ ਨਹੀਂ ਰਹਿਣੇ। ਜਿਹੜੀਆਂ ਚੀਜ਼ਾਂ ਛਾਤੀ ਨਾਲ ਲਾਈਆਂ ਨੇ ਉਹ ਵੀ ਨਹੀਂ ਰਹਿਣੀਆਂ, ਕਿਉਂਕਿ ਛਾਤੀ ਨਹੀਂ ਰਹਿਣੀ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਗੁਰੂ ਅੰਗਦ ਦੇਵ ਜੀ ਮਹਾਰਾਜ ਚੱਲਣ ਸਾਰ ਨਾ ਜਾਣਨੀ, ਕਾਜ ਸਵਾਰਨ ਹਾਰ। ਇੱਦਾਂ ਗੁਰਸਿੱਖ ਵੀਰ, ਇਹ ਭੈਣ, ਜੇ ਤੂੰ ਵੀ ਇਹ ਗੱਲ ਹਿਰਦੇ 'ਚ ਵਸਾ ਲੇਂਗੀ ਵੀ ਆਪਾਂ ਇੱਥੇ ਸਦਾ ਵਾਸਤੇ ਨਹੀਂ ਹੈਗੇ, ਤਾਂ ਤੇਰੀ ਜ਼ਿੰਦਗੀ ਆ ਜਿਹੜੀ ਮੌਤ ਨੂੰ ਕਬੂਲ ਕਰਦੇ ਆ ਸੋਹਣੀ ਬਣ ਜਾਵੇਗੀ। ਦੇਖੋ, ਦੋ ਢੰਗ ਹੁੰਦੇ ਨੇ ਕਿਸੇ ਵੀ ਚੀਜ਼ ਨੂੰ ਯਾਦ ਕਰਨ ਦੇ। ਇੱਕ ਹੁੰਦਾ ਨੈਗੇਟਿਵ ਪੱਖ, ਢਹਿੰਦੀ ਕਲਾ, ਇੱਕ ਹੁੰਦਾ ਪੋਜ਼ਿਟਿਵ ਚੜ੍ਹਦੀ ਕਲਾ ਵਾਲਾ ਪੱਖ। ਜੇ ਆਪਾਂ ਮੌਤ ਨੂੰ ਐਵੇਂ ਯਾਦ ਰੱਖੀਏ ਚੜ੍ਹਦੀ ਕਲਾ ਵਾਲੇ ਪਾਸੇ, ਵੀ ਆਪਾਂ ਜ਼ਿੰਦਗੀ ਆ ਜਿਹੜੀ ਜਿਉਣੀ ਆ ਸੋਹਣੇ ਢੰਗ ਦੇ ਨਾਲ, ਵੀ ਆਪਾਂ ਚਲੇ ਜਾਣਾ, ਆਪਾਂ ਪਿਆਰ ਵੰਡ ਕੇ ਹੀ ਜਾਣਾ। ਇੱਕ ਤਾਂ ਇਹ ਹੋ ਗਿਆ। ਇੱਕ ਇਹ ਵੀ ਹੁੰਦੀ ਆ, ਹਾਏ ਮੈਂ ਮਰ ਜਾਣਾ, ਮੈਂ ਮਰ ਜਾਣਾ, ਮੌਤ ਨੇ ਆ ਜਾਣਾ, ਢਹਿੰਦੀ ਕਲਾ 'ਚ ਹੀ ਰਹਿਣਾ। ਹਰ ਚੀਜ਼ ਨੂੰ ਕਰਨ ਦੇ ਦੋ ਢੰਗ ਹੁੰਦੇ ਨੇ। ਇੱਕ ਤਾਂ ਬੱਧਾ ਚੱਟੀ ਹੁੰਦੀ ਆ, ਸਹੀ ਢੰਗ ਨਾਲ ਨਾ ਕਰਨਾ। ਇੱਕ ਹੁੰਦੀ ਆ ਵੀ ਪੂਰਨ ਮਨ ਦੇ ਨਾਲ ਚੀਜ਼ ਕਰਨੀ। ਅੱਗੇ ਪਾਤਸ਼ਾਹ ਜੀ ਕਹਿੰਦੇ ਨੇ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਦੁਨੀਆ ਦੇ ਵਿੱਚ ਕੁਝ ਇਹੋ ਜਿਹੇ ਕੰਮ ਹੁੰਦੇ ਨੇ ਜਿਹਨੂੰ ਬੰਦਾ ਕਰਦਾ, ਨਾ ਉਹਨੂੰ ਆਪ ਨੂੰ ਲਾਭ ਹੁੰਦਾ ਕੋਈ, ਨਾ ਕੋਈ ਉਹਦੇ ਵਿੱਚ ਗੁਣ ਹੁੰਦਾ, ਤੇ ਨਾ ਹੀ ਕੋਈ ਉਹ ਕੰਮ ਤੋਂ ਦੂਜੇ ਨੂੰ ਲਾਭ ਹੁੰਦਾ। ਤੁਸੀਂ ਕੋਈ ਇਹੋ ਜਿਹਾ ਕਰਮ ਵੀ ਕਰ ਸਕਦੇ ਹੋ ਜਿਹਦੇ ਵਿੱਚ ਨਾ ਤਾਂ ਤੁਹਾਨੂੰ ਕੋਈ ਲਾਭ ਆ, ਨਾ ਕਿਸੇ ਦੂਜੇ ਇਨਸਾਨ ਨੂੰ ਲਾਭ ਆ।
ਦੇਖੋ ਕਈ ਕਰਮ ਐਸੇ ਨੇ ਜਿਹਦੇ ਵਿੱਚ ਆਪ ਨੂੰ ਕੋਈ ਲਾਭ ਨਹੀਂ ਹੁੰਦਾ, ਸਾਹਮਣੇ ਵਾਲੇ ਨੂੰ ਹੁੰਦਾ। ਜਿਵੇਂ ਆਪਾਂ ਭੁੱਖੇ ਨੂੰ ਪ੍ਰਸ਼ਾਦਾ ਛਕਾਉਂਦੇ ਹਾਂ, ਇਹ ਵੀ ਬੜਾ ਕੰਮ ਸੋਹਣਾ ਹੈ। ਇਹਨੂੰ ਦਾਨ ਵੀ ਕਹਿ ਲਓ, ਪਰਉਪਕਾਰ ਵੀ ਕਹਿ ਲਓ, ਜਾਂ ਤਾਂ ਇਹ ਕੰਮ ਕਰ ਜਿਹਦੇ ਨਾਲ ਸਮਾਜ ਦਾ ਭਲਾ ਹੋਵੇ, ਜਾਂ ਉਹ ਕੰਮ ਕਰ ਜਿਹਦੇ ਨਾਲ ਤੇਰਾ ਆਪ ਦਾ ਭਲਾ ਹੋਵੇ। ਪਰ ਇਨਸਾਨ ਉਹ ਕੰਮ ਕਰਦਾ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਉਹ ਇਹੋ ਜਿਹੇ ਕੰਮ ਕਰਨ ਲੱਗ ਜਾਂਦਾ ਜਿਹਦੇ ਵਿੱਚ ਨਾ ਉਹਨੂੰ ਕੋਈ ਫਾਇਦਾ ਹੁੰਦਾ, ਨਾ ਸਾਹਮਣੇ ਵਾਲੇ ਨੂੰ ਕੋਈ ਫਾਇਦਾ। ਜਿਵੇਂ ਮੰਨ ਲਓ ਗੁੱਸਾ ਵਾ, ਗੁੱਸੇ ਨੂੰ ਪਾਤਸ਼ਾਹ ਜੀ ਨੇ ਕਿਉਂ ਆਖਿਆ, ਕ੍ਰੋਧ ਨੂੰ ਵਿਕਾਰ ਕਿਉਂ ਕਿਹਾ? ਕ੍ਰੋਧ ਕਰੋਗੇ, ਗੁੱਸਾ ਕਰੋਗੇ, ਤੁਹਾਡੇ ਸਰੀਰ ਨੂੰ ਵੀ ਨੁਕਸਾਨ ਆ, ਜਿਹੜੇ ਸਾਹਮਣੇ ਵਾਲੇ ਨੂੰ ਕੱਢੋਗੇ ਉਹਨੂੰ ਤਾਂ ਹੈ ਹੀ ਨੁਕਸਾਨ ਇਹਦਾ। ਕੋਲਾ ਫੜ ਕੇ ਆਪਦੇ ਹੱਥਾਂ ਤੇ ਰੱਖੋਗੇ ਗਰਮ, ਪਹਿਲਾਂ ਤੁਹਾਨੂੰ ਸੇਕ ਲੱਗੂਗਾ, ਫਿਰ ਸਾਹਮਣੇ ਵਾਲੇ ਤੇ ਸੁੱਟੋਗੇ ਤੇ ਉਹਨੂੰ ਸੇਕ ਲੱਗੂਗਾ। ਇਨਸਾਨ ਉਹ ਕੰਮ ਕਰ ਰਿਹਾ ਜਿਹਦਾ ਨਾ ਉਹਨੂੰ ਕੋਈ ਆਪ ਨੂੰ ਫਾਇਦਾ, ਨਾ ਸਾਹਮਣੇ ਵਾਲੇ ਨੂੰ ਕੋਈ ਫਾਇਦਾ, ਨਾ ਸਮਾਜ ਨੂੰ ਫਾਇਦਾ। ਗੁੱਸੇ ਦੇ ਨਾਲ ਪਾਤਸ਼ਾਹ ਜੀ ਕਹਿੰਦੇ ਦੇਖੋ ਜਿਹੜਾ ਬਲੱਡ ਆ ਨਾ, ਇਹ ਬਹੁਤ ਤੇਜ਼ੀ ਦੀ ਰਫ਼ਤਾਰ ਦੇ ਨਾਲ ਇਹਦੇ ਵਹਿਣ ਹੋ ਜਾਂਦੇ ਆ। ਜਿਵੇਂ ਚੀਜ਼ ਉਬਲਦੀ ਹੁੰਦੀ ਆ, ਬਿਲਕੁਲ ਇਵੇਂ ਹੋ ਜਾਂਦਾ। ਜਿੰਨਾ ਇਹ ਸਰੀਰ ਨੂੰ ਰੋਗ ਲਾਉਂਦਾ, ਕ੍ਰੋਧ ਕਾਇਆ ਕੋ ਗੱਲ ਹੈ। ਜਿੰਨਾ ਗੁੱਸਾ ਸਰੀਰ ਨੂੰ ਅੰਦਰੋਂ ਖਤਮ ਕਰਦਾ, ਇੰਨਾ ਖਾਣ ਪੀਣ ਨਹੀਂ ਖਤਮ ਕਰਦਾ। ਖਾਣ ਪੀਣ ਦੇ ਰੋਗ ਹੈਗੇ ਨੇ, ਉਹ ਥੋੜ੍ਹੇ ਨੇ। ਕ੍ਰੋਧ ਦੇ ਜਿਹੜੇ ਰੋਗ ਨੇ ਉਹ ਬਾਹਲੇ ਨੇ। ਇਹ ਬਾਹਲਾ ਖਤਮ ਕਰਦਾ, ਢਾਲ ਹੀ ਦਿੰਦਾ ਇਹ ਤਾਂ ਅੰਦਰੋਂ ਇਨਸਾਨ ਨੂੰ। ਸੋ ਇਹਦੇ ਨਾਲ ਨਾ ਤਾਂ ਆਪ ਨੂੰ ਕੋਈ ਲਾਭ ਆ ਤੇ ਨਾ ਕੋਈ ਸਾਹਮਣੇ ਵਾਲੇ ਕਿਸੇ ਸੱਜਣ ਦਾ ਭਲਾ ਹੋਣਾ। ਸੋ ਇਹੋ ਜਿਹੇ ਕੰਮ ਨੂੰ ਮਿੱਤਰਾ ਸੱਜਣਾ ਤੂੰ ਛੱਡ ਦੇ। ਹੇ ਮੇਰੇ ਗੁਰਸਿੱਖ ਵੀਰ, ਇਹੋ ਜਿਹੇ ਕੰਮ ਕਦੇ ਵੀ ਨਾ ਕਰ ਜਿਹਦੇ ਨਾਲ ਤੇਰਾ ਕੋਈ ਆਪ ਦਾ ਲਾਭ ਨਹੀਂ ਤੇ ਸਾਹਮਣੇ ਵਾਲੇ ਦਾ ਕੋਈ ਲਾਭ ਨਹੀਂ। ਦੇਖੋ ਇੱਕ ਫਿਲਾਸਫਰ ਨੂੰ ਪੜ੍ਹਿਆ ਤੇ ਬੜੀ ਸੋਹਣੀ ਉਹਨੇ ਗੱਲ ਕਹੀ। ਉਹ ਕਹਿੰਦਾ ਜ਼ਿੰਦਗੀ ਜਿਹੜੀ ਆ ਨਾ, ਇੱਕ ਖੇਡ ਦੀ ਤਰ੍ਹਾਂ, ਗੇਮ ਦੀ ਤਰ੍ਹਾਂ। ਪਾਤਸ਼ਾਹ ਜੀ ਵੀ ਕਹਿੰਦੇ ਨੇ ਨਾ, ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਉਹ ਕਹਿੰਦਾ ਖੇਡ ਕਿਹੜੀ ਆ? ਜਿਵੇਂ ਸਰਕਸ ਦੇ ਵਿੱਚ ਤੁਸੀਂ ਵੇਖਿਆ ਹੋਣਾ, ਇੱਕ ਜੋਕਰ ਹੁੰਦਾ, ਉਹਦੇ ਕੋਲ ਬੋਲਾਂ ਹੁੰਦੀਆਂ। ਉਹ ਬੋਲਾਂ ਨੂੰ ਉਛਾਲਦਾ ਤੇ ਬੈਲੈਂਸ ਬਣਾਉਂਦਾ, ਉਹਦਾ ਸੰਤੁਲਨ ਬਣਾਉਂਦਾ, ਨੀਚੇ ਨਹੀਂ ਡਿੱਗਣ ਦਿੰਦਾ। ਇੱਦਾਂ ਹੀ ਹੁੰਦਾ ਨਾ, ਇੱਕ ਵੀ ਬੋਲ ਨੂੰ ਥੱਲੇ ਨਹੀਂ ਡਿੱਗਣ ਦਿੰਦਾ। ਉਹ ਤਾਂ ਜਾਂਦੀਆਂ ਹਵਾ 'ਚ ਤੇ ਦੂਜੀ ਨੂੰ ਫੜ ਲੈਂਦਾ, ਉਹਨੂੰ ਸੁੱਟ ਦਿੰਦਾ, ਤੀਸਰੀ ਨੂੰ ਫੜ ਲੈਂਦਾ। ਉਹ ਕਹਿੰਦੇ ਨਾ ਵੀ ਤੁਹਾਡੇ ਕੋਲ ਵੀ 5 ਗੇਂਦਾਂ ਨੇ ਜ਼ਿੰਦਗੀ ਦੀਆਂ, ਜਿਹਦੇ ਵਿੱਚ ਪਹਿਲੀ ਗੇਂਦ ਆ ਜਿਹੜੀ ਉਹ ਹੈਗੀ ਆ ਕੰਮਕਾਰ ਦੀ, ਜੋ ਅਸੀਂ ਕਰਦੇ ਹਾਂ। ਬੜੇ ਧਿਆਨ ਨਾਲ ਸੁਣਨਾ, ਬਹੁਤ ਬਰੀਕ ਗੱਲਾਂ ਨੇ। ਇੱਧਰ ਉੱਧਰ ਹੋ ਗਿਆ ਨਾ ਮਨ ਤੇ ਲੰਘ ਜੇਗੀ, ਤੁਹਾਨੂੰ ਪਤਾ ਨਹੀਂ ਲੱਗਣਾ। ਪਹਿਲੀ ਗੇਂਦ ਆ ਜਿਹੜੀ ਆਪਣੇ ਹੱਥ ਵਿੱਚ, ਉਹ ਕੰਮਕਾਰ ਦੀ ਆ। ਦੂਜੀ ਗੇਂਦ ਆ ਜਿਹੜੀ, ਉਹ ਸਾਡੀ ਫੈਮਿਲੀ ਆ, ਪਰਿਵਾਰ ਆ। ਤੀਜੀ ਗੇਂਦ ਆ ਜਿਹੜੀ ਸਾਡੀ ਸਿਹਤ ਆ। ਚੌਥੀ ਜਿਹੜੀ ਜ਼ਿੰਦਗੀ ਦੀ ਗੇਂਦ ਸਾਡੇ ਹੱਥ ਵਿੱਚ ਆ, ਉਹ ਸਾਡੇ ਦੋਸਤ ਮਿੱਤਰ ਰਿਸ਼ਤੇਦਾਰ ਨੇ। ਪੰਜਵੀਂ ਗੇਂਦ ਚਲੋ ਅਧਿਆਤਮ, ਸਪਿਰਚੁਅਲ ਲਾਈਫ, ਜੋ ਗੁਰੂ ਕਹਿੰਦਾ ਉਹਨੂੰ ਜਿਉਣਾ ਹੁੰਦਾ, ਉਹਨੂੰ ਅਧਿਆਤਮ ਕਹਿੰਦੇ ਨੇ। ਉਹ ਆ ਕਹਿੰਦੇ 4 ਗੇਂਦਾਂ ਕੱਚ ਦੀਆਂ ਨੇ, ਇੱਕ ਗੇਂਦ ਰਬੜ ਦੀ ਆ। ਜਿਹੜੀ ਪਹਿਲੀ ਗੇਂਦ ਆ ਨਾ ਕੰਮ ਦੀ, ਰਬੜ ਦੀ ਗੇਂਦ ਆ। ਆਪਾਂ ਇਹਨਾਂ ਦਾ ਸੰਤੁਲਨ ਬਣਾ ਰਹੇ ਹਾਂ, ਇਹਨਾਂ ਨੂੰ ਉਛਾਲ ਰਹੇ ਹਾਂ, ਫੜ ਰਹੇ ਹਾਂ। ਕਹਿੰਦੇ ਜਿਹੜੀ ਪਹਿਲੀ ਗੇਂਦ ਆ ਨਾ ਉਹ ਰਬੜ ਦੀ ਆ, ਬਾਕੀ 4 ਗੇਂਦਾਂ ਜਿਹੜੀਆਂ ਨੇ ਕੱਚ ਦੀਆਂ ਨੇ,
ਰਿਸ਼ਤੇ ਜਿਹੜੇ ਨੇ ਕੱਚ ਵਰਗੇ ਹੁੰਦੇ ਨੇ, ਇਹਨਾਂ ਨੂੰ ਸੰਭਾਲ ਕੇ ਰੱਖਣਾ ਪੈਂਦਾ। ਮਾੜਾ ਜਿਹਾ ਵੀ ਇੱਧਰ ਉੱਧਰ ਹੋ ਗਏ ਤੇ ਟੁੱਟ ਜਾਂਦੇ ਨੇ, ਕੱਚ ਦੇ ਭਾਂਡਿਆਂ ਵਰਗੇ ਹੁੰਦੇ ਨੇ। ਫੈਮਿਲੀ ਜਿਹੜੀ ਗੇਂਦ ਆ, ਫੈਮਿਲੀ ਦੀ, ਪਰਿਵਾਰ ਦੀ, ਉਹ ਕੱਚ ਦੀ ਆ, ਸਿਹਤ ਵੀ ਕੱਚ ਦੀ ਆ। ਕਹਾਂ ਵਿਸਾਸਾ ਇਸ ਭਾਂਡੇ ਕਾ, ਹੈ ਨਾ, ਇਹ ਭਾਂਡਾ ਕੋਈ ਵਿਸਾਹ ਨਹੀਂ। ਦੋਸਤ, ਰਿਸ਼ਤੇਦਾਰ, ਮਿੱਤਰ, ਉਹਨਾਂ ਵਾਲੀ ਜਿਹੜੀ ਗੇਂਦ ਹੈ ਵੀ ਕੱਚ ਦੀ ਆ। ਗੁਰੂ ਸਾਹਿਬਾਨ ਦੇ ਦੱਸੇ ਸਿਧਾਂਤ, ਇਹ ਵਾਲੀ ਜਿਹੜੀ ਗੇਂਦ ਹੈ ਵੀ ਕੱਚ ਦੀ ਆ। ਕਹਿਣਾ ਕੀ ਚਾਹੁੰਦਾ ਉਹ? ਕਹਿੰਦਾ ਪਹਿਲੀ ਗੇਂਦ ਜੇ ਡਿੱਗ ਪਈ ਨਾ ਹੱਥੋਂ, ਕੰਮ ਕਾਰ ਵਾਲੀ, ਉਹ ਰਬੜ ਦੀ ਆ, ਉਹ ਦੁਬਾਰਾ ਤੁਹਾਨੂੰ ਮਿਲ ਜੂਗੀ। ਜੇ ਕੋਈ ਕੰਮ ਬੰਦਾ ਕਿਸੇ ਕੰਪਨੀ ਵਿੱਚ ਲੱਗਾ ਤੇ ਕੰਮ ਚਲੋ ਉਹਨੂੰ ਕੱਢ ਦਿੱਤਾ ਉਹਦੇ ਵਿੱਚੋਂ, ਉਹ ਹੋਰ ਕਿਤੇ ਕੰਮ ਨੂੰ ਮਿਲ ਜੂਗਾ। ਪਹਿਲੀ ਗੇਂਦ ਰਬੜ ਦੀ ਆ, ਉਹ ਥੱਲੇ ਡਿੱਗੀ ਤੇ ਵਾਪਸ ਤੁਹਾਡੇ ਹੱਥ 'ਚ ਆ ਜੂਗੀ ਉਛਲ ਕੇ, ਕਿਉਂਕਿ ਰਬੜ ਦੀ ਆ। ਜੇ ਪਹਿਲੀ ਗੇਂਦ ਕਰਕੇ ਬਾਕੀ ਚਾਰ ਚੀਜ਼ਾਂ ਤੁਸੀਂ ਭੁਲਾ ਦਿੱਤੀਆਂ ਨਾ, ਆਪਦੀ ਫੈਮਿਲੀ ਨੂੰ ਭੁਲਾ ਦਿੱਤਾ, ਆਪਦੀ ਸਿਹਤ ਹੀ ਖਰਾਬ ਕਰ ਲਈ। ਇਨਸਾਨ ਕੀ ਕਰਦਾ? ਪਹਿਲਾਂ ਇੰਨਾ ਕੰਮ ਕਰਦਾ ਕਿ ਸੁੱਖ ਸਹੂਲਤ ਮਿਲੇ। ਜਦੋਂ ਪੈਸੇ ਆ ਜਾਂਦੇ ਨੇ, ਸਿਹਤ ਖਰਾਬ ਹੋ ਜਾਂਦੀ ਆ। ਉਹ ਕਮਾਏ ਹੋਏ ਸਾਰੇ ਪੈਸੇ ਮੁੜ ਕੇ ਆਪਰੇਸ਼ਨ ਤੇ ਲੱਗ ਜਾਂਦੇ ਨੇ। ਇਦਾਂ ਹੁੰਦਾ। ਪਹਿਲੀ ਰਬੜ ਦੀ ਗੇਂਦ ਕਰਕੇ ਬਾਕੀ ਚਾਰ ਗੇਂਦਾਂ ਨਾ ਗਵਾ ਲਿਓ। ਕੰਮ ਦੀ ਦੌੜ ਇੰਨੀ ਆ, ਆਪਾਂ ਫੈਮਿਲੀ ਨੂੰ ਟਾਈਮ ਨਹੀਂ ਦੇ ਪਾ ਰਹੇ। ਦੇਖੋ, ਰਬੜ ਦੀ ਗੇਂਦ ਕਰਕੇ ਆਪਾਂ, ਇਹ ਨਹੀਂ ਮੈਂ ਕਹਿ ਰਿਹਾ ਵੀ ਕੰਮ ਨਹੀਂ ਕਰਨਾ, ਕੰਮ ਕਰਨਾ, ਇੱਕ ਲਿਮਟ ਹੁੰਦੀ ਆ। ਕੰਮ ਨੂੰ ਸਹੀ ਸਮੇਂ ਤੇ ਸ਼ੁਰੂ ਕਰਕੇ, ਉਹਨੂੰ ਇਕਾਗਰਤਾ ਨਾਲ ਕਰਕੇ ਸਹੀ ਸਮੇਂ ਤੇ ਖਤਮ ਕਰਨਾ ਹੁੰਦਾ। ਰਬੜ ਦੀ ਗੇਂਦ ਕਰਕੇ ਆਪਾਂ ਫੈਮਿਲੀ ਨੂੰ ਵੀ ਟਾਈਮ ਨਹੀਂ ਦੇ ਪਾ ਰਹੇ, ਸਿਹਤ ਨੂੰ ਵੀ ਸਮਾਂ ਨਹੀਂ ਦੇ ਪਾ ਰਹੇ, ਦੋਸਤ ਮਿੱਤਰਾਂ ਨੂੰ, ਉਹਨਾਂ ਨੂੰ ਤਾਂ ਬਿਲਕੁਲ ਵੀ ਨਹੀਂ, ਭਾਈਚਾਰਾ ਤਾਂ ਬਿਲਕੁਲ ਹੀ ਨਹੀਂ ਬਣਾ ਰਹੇ। ਪੰਜਵਾਂ ਗੁਰੂ ਤਾਂ ਕਿਤੇ ਪਾਸੇ ਹੀ ਰਹਿ ਗਿਆ। ਪਾਤਸ਼ਾਹ ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ। ਇਹ ਪੈਸੇ ਦੇ ਦੰਦ ਤਾਂ ਨਹੀਂ ਹੁੰਦੇ, ਪਰ ਇਹਨੇ ਤਾਂ ਵੀ ਇਨਸਾਨ ਨੂੰ ਖਾ ਲਿਆ। ਪਹਿਲੀ ਗੇਂਦ ਕਰਕੇ ਚਾਰ ਜਿਹੜੀਆਂ ਗੇਂਦਾਂ ਨੇ ਉਹ ਕਰੈਕ ਹੋ ਗਈਆਂ ਨੇ, ਕੱਚ ਦੀਆਂ ਸਨ ਨਾ, ਥੱਲੇ ਡਿੱਗ ਪਈਆਂ। ਕੱਚ ਥੱਲੇ ਸੁੱਟੋਗੇ ਤਾਂ ਟੁੱਟੇਗਾ ਨਾ, ਹੋ ਸਕਦਾ ਉੱਤੇ ਤਰੇੜ ਆ ਜੇ। ਚਲੋ ਤਰੇੜ ਆ ਚੁੱਕੀ ਆ, ਟੁੱਟ ਚੁੱਕੀਆਂ ਨੇ। ਸੋ ਇੱਕ ਗੇਂਦ ਨੂੰ ਅਸੀਂ ਬਾਹਲੀ ਅਹਿਮੀਅਤ ਦੇਤੀ ਉਹਨੂੰ ਬਚਾਉਣ ਦੀ, ਬਾਕੀ ਗੇਂਦਾਂ ਅਸੀਂ ਸੁੱਟਤੀਆਂ ਨੇ। ਪਰਿਵਾਰ ਵੀ ਆਪਾਂ ਵੇਖਦੇ ਹਾਂ, ਇੱਕ ਹੋਰ ਬਜ਼ੁਰਗ ਦੀ ਇੱਕ ਕਹਾਣੀ ਆ। ਤੇ ਬਜ਼ੁਰਗ ਸੀ ਕੋਈ, ਉਹ ਤੋਂ ਪੁੱਛਿਆ ਵੀ ਤੁਹਾਡੇ ਪੁੱਤਰ ਕੀ ਕਰਦੇ ਨੇ? ਕਹਿੰਦਾ ਜੀ ਇੱਕ ਮੇਰਾ ਪੁੱਤਰ ਵਕੀਲ ਆ, ਉਹ ਮਹਾਰਾਸ਼ਟਰ ਦੇ ਵਿੱਚ ਰਹਿੰਦਾ। ਇੱਕ ਡਾਕਟਰ ਆ, ਉਹ ਚੰਡੀਗੜ੍ਹ ਦੇ ਵਿੱਚ ਵੈਲ ਸੈਟਲ ਆ। ਇੱਕ ਇੰਜੀਨੀਅਰ ਆ, ਉਹ ਦਿੱਲੀ ਵਿੱਚ ਰਹਿੰਦਾ। ਤੇ ਆਹ ਕੌਣ ਆ? ਇਹ ਨਿਕੰਮਾ ਜਿਹੜਾ ਹੈ, ਇਹ ਘਰੇ ਰਹਿੰਦਾ ਮੇਰੇ ਕੋਲੇ। ਤੇ ਜਦੋਂ ਤੁਸੀਂ ਬਿਮਾਰ ਹੋ ਜਾਂਦੇ ਹੋ, ਉਦੋਂ ਕੌਣ ਸਾਂਭਦਾ? ਕੰਮਬਖਤੇ ਹੀ ਸਾਂਭਦਾ ਮੈਨੂੰ। ਜਦੋਂ ਕਿਸੇ ਚੀਜ਼ ਦੀ ਲੋੜ ਪੈਂਦੀ ਆ, ਉਦੋਂ ਕੌਣ ਲਿਆ ਕੇ ਦਿੰਦਾ? ਇਹੀ ਲਿਆ ਕੇ ਦਿੰਦਾ। ਤੇ ਬਾਕੀ ਕਦੋਂ ਆਉਂਦੇ ਨੇ? ਉਹ ਸਾਲ ਬਾਅਦ ਗੇੜਾ ਮਾਰਦੇ ਨੇ ਵੀ, ਉਹ ਵੇਖ ਜਾਂਦੇ ਵੀ ਬਾਪੂ ਜਿਉਂਦਾ ਹੈਗਾ ਕਿ ਨਹੀਂ। ਜਿਹੜਾ ਕੋਲ ਹੈ ਉਹਦੀ ਅਹਿਮੀਅਤ ਨਹੀਂ। ਜੋ ਅਸਲ ਵਿੱਚ ਕੰਮ ਆ ਰਿਹਾ, ਸੇਵਾ ਕਰ ਰਿਹਾ, ਉਹਨੂੰ ਕਿਸੇ ਨੌਕਰੀ ਨਾ ਮਿਲਣ ਕਰਕੇ ਉਹ ਨਿਕੰਮਾ ਦੱਸ ਰਹੇ ਆ। ਪਰ ਜਿਹੜੇ ਸਾਲ ਬਾਅਦ ਆਉਂਦੇ ਆ, ਇਹਦਾ ਮਤਲਬ ਇਹ ਨਹੀਂ ਕਿ ਡਾਕਟਰ ਨਹੀਂ ਬਣਨਾ ਚਾਹੀਦਾ, ਇੰਜੀਨੀਅਰ ਨਹੀਂ ਬਣਨਾ ਚਾਹੀਦਾ। ਗੱਲ ਇਹ ਹੋ ਰਹੀ ਆ ਵੀ ਆਪਾਂ ਸਿਰਫ ਕੰਮ ਕਰਕੇ ਰਿਸ਼ਤਿਆਂ ਨੂੰ ਅਹਿਮੀਅਤ ਨਹੀਂ ਦੇ ਪਾ ਰਹੇ। ਗੁਰੂ ਤਾਂ ਕਿਤੇ ਦੂਰ ਹੀ ਰਹਿ ਚੁੱਕਾ ਹੈ। 5 ਬੌਲਾਂ ਨੇ ਨਾ, ਪਹਿਲੀ ਬੌਲ ਆ ਕੰਮ ਦੀ, ਜਿਹੜੀ ਰਬੜ ਦੀ ਆ। ਕੰਮ ਜੇ ਛੁੱਟ ਵੀ ਗਿਆ ਨਾ ਤੇ ਦੁਬਾਰਾ ਮਿਲ ਜੇਗਾ ਬੰਦਿਆ ਤੈਨੂੰ। ਦੂਜੀ ਗੇਂਦ ਕੱਚ ਦੀ ਆ, ਫੈਮਿਲੀ, ਪਰਿਵਾਰ। ਇਹ ਵਾਰ-ਵਾਰ ਨਹੀਂ ਮਿਲਦੇ ਹੁੰਦੇ ਮਾਂ ਪਿਓ। ਫਿਰ ਸਿਹਤ ਆ ਜੇ ਗਈ ਤਾਂ ਸਮਝ ਲਈ ਬਹੁਤ ਕੁਝ ਚਲਿਆ ਗਿਆ। ਕਹਿੰਦੇ ਨਾ, ਜੇ ਪੈਸਾ ਗਿਆ ਤੇ ਕੁਝ ਨਹੀਂ ਗਿਆ। ਜੇ ਪਰਿਵਾਰ ਗਿਆ
ਦੋਸਤ ਮਿੱਤਰ ਗਏ, ਸਿਹਤ ਗਈ, ਗੁਰੂ ਭੁਲਾਤਾ ਤਾਂ ਸਮਝ ਲਈ ਸਭ ਗਿਆ, ਸਭ ਕੁਝ ਚਲਿਆ ਗਿਆ। ਜੇ ਪੈਸਾ ਗਿਆ ਤਾਂ ਸਮਝ ਲਈ ਕੁਝ ਨਹੀਂ ਗਿਆ। ਇੱਜ਼ਤ ਜੇ ਚਲੀ ਗਈ ਤਾਂ ਕਮਾਈ ਜਾ ਸਕਦੀ ਆ ਦੁਬਾਰਾ, ਚੰਗਾ ਇਨਸਾਨ ਬਣ ਕੇ, ਭੱਦਰ ਪੁਰਸ਼ ਬਣ ਕੇ। ਫਿਰ ਵੀ ਜੇ ਸਿਹਤ ਗਈ, ਪਰਿਵਾਰ ਗਿਆ, ਗੁਰੂ ਦੇ ਸਿਧਾਂਤ ਤੂੰ ਭੁਲਾ ਦਿੱਤੇ ਤਾਂ ਸੋਚ ਲਈ ਸਭ ਗਿਆ, ਫਿਰ ਤੇਰੇ ਹੱਥ ਨਹੀਂ ਆਉਣਾ। ਇੱਦਾਂ ਕਰਕੇ ਜਿਹੜੀਆਂ ਦੂਜੀਆਂ ਗੇਂਦਾਂ ਨੇ ਕੱਚ ਦੀਆਂ ਨੇ, ਪਰਿਵਾਰ ਵੀ ਇੱਕ ਕੱਚ ਦੀ ਗੇਂਦ ਆ, ਦੋਸਤ ਮਿੱਤਰ ਭਾਈਚਾਰਾ ਵੀ ਕੱਚ ਦੀ ਗੇਂਦ ਆ, ਸਿਹਤ ਵੀ ਕੱਚ ਦੀ ਗੇਂਦ ਆ। ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਕ ਲਾਗੇ ਠਨਕਾ। ਗੁਰੂ ਦੇ ਸਿਧਾਂਤ ਵੀ ਬਹੁਤ ਬਰੀਕ ਨੇ, ਇਹ ਵੀ ਕੱਚ ਦੀ ਗੇਂਦ ਦੇ ਵਾਂਗ ਨੇ। ਜਿਹੜੀ ਅਧਿਆਤਮਿਕ ਜ਼ਿੰਦਗੀ ਆ, ਬੰਦਾ ਰਬੜ ਦੀ ਗੇਂਦ ਨੂੰ ਇੰਨਾ ਪਿਆਰ ਕਰਦਾ ਕਿ 4 ਗੇਂਦਾਂ ਸੁੱਟ ਦਿੰਦਾ, ਰਬੜ ਦੀ ਗੇਂਦ ਆ ਜਿਹੜੀ ਬਚਾ ਲੈਂਦਾ। ਹਾਲਾਂਕਿ ਜੇ ਡਿੱਗ ਵੀ ਪਈ ਤੇ ਉਹ ਹੱਥ ਵਿੱਚ ਆ ਜਾਏਗੀ। ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੋੜ ਕੇ ਸ਼ੀਸ਼ ਮਹਲ ਚੱਲਿਆ, ਕੋਈ ਪਲਿਆ ਨਾਜ ਤੇ ਨਖਰਿਆਂ ਵਿੱਚ, ਕੋਈ ਗਰਮ ਰੇਤ ਤੇ ਥਲ ਚੱਲਿਆ, ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹਲ ਚੱਲਿਆ। ਗੁਲਾਮ ਫਰੀਦਾ ਇੱਥੇ ਸਭ ਮੁਸਾਫਰ, ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ। ਗੁਲਾਮ ਫਰੀਦਾ ਇੱਥੇ ਸਭ ਮੁਸਾਫਰ ਨਹੀਂ, ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ। ਇੱਕ ਸੱਜਣ ਚੱਲੇ, ਪਾਤਸ਼ਾਹ ਜੀ ਕਹਿੰਦੇ ਇੱਕ ਸੱਜਣ ਚੱਲੇ, ਇੱਕ ਚੱਲ ਗਏ ਰਹਿੰਦੇ ਭੀ ਫੁਨ ਜਾਹੇ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਤੁਹਾਡਾ ਪਿਆਰ ਹੋਣਾ ਚਾਹੀਦਾ। ਜਿੱਥੇ ਪਿਆਰ ਹੋਵੇ ਉੱਥੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਵੀ ਸਮਾਂ ਕੱਢੋ, ਸਮਾਂ ਕੱਢੋ। ਜਿਵੇਂ ਬੱਚੇ ਹੁੰਦੇ ਨੇ ਨਾ, ਇੱਕ ਵਿਦਵਾਨ ਦੀ ਮੈਂ ਪੁਸਤਕ ਪੜ੍ਹੀ, ਉਹ ਕਹਿੰਦਾ ਬੱਚਿਆਂ ਨੂੰ ਇਹ ਕਦੇ ਨਾ ਕਹੋ ਵੀ ਪੜ੍ਹਿਆ ਕਰ, ਉਹ ਅੱਕ ਜਾਣਗੇ। ਕਈ ਮਾਂ ਪਿਓ ਹੁੰਦੇ ਨਾ, ਕਿਤਾਬ ਚੱਕ ਲਾ, ਕਿਤਾਬ ਚੱਕ ਲਾ, ਉਹ ਪੜ੍ਹਦੇ ਫੇਰ ਨਹੀਂ। ਉਹ ਮੂਹਰੇ ਖੋਲੀ ਹੁੰਦੀ ਹੈ, ਮੈਂ ਦੇਖਿਆ, ਤੇ ਪੜ੍ਹਦੇ ਉਹ ਬਿਲਕੁਲ ਵੀ ਨਹੀਂ, ਧਿਆਨ ਉਹਨਾਂ ਦਾ ਆਸੇ ਪਾਸੇ ਹੀ ਹੁੰਦਾ। ਟਿਊਸ਼ਨ ਤੇ ਵੀ ਇੱਦਾਂ ਹੀ ਹੁੰਦਾ ਨਾ। ਉਹ ਕਹਿੰਦਾ ਬੱਚਿਆਂ ਕੋਲ ਚੰਗੀਆਂ ਕਿਤਾਬਾਂ ਦੀ ਵਡਿਆਈ ਕਰੋ। ਬੱਚਿਆਂ ਨੂੰ ਇਉਂ ਦੱਸੋ ਫਲਾਣਾ ਬੰਦਾ ਪੜ੍ਹਦਾ ਹੁੰਦਾ ਸੀ, ਅੱਜ ਆਹ ਪੋਸਟ ਤੇ ਪਹੁੰਚ ਗਿਆ, ਪੜ੍ਹ ਪੜ੍ਹ ਕੇ ਨਾ, ਤੇ ਉਹਨੇ ਆਹ ਹਾਸਲ ਕਰ ਲਿਆ, ਪੜ੍ਹ ਕੇ ਉਹਨੂੰ ਆਹ ਚੀਜ਼ ਪ੍ਰਾਪਤ ਹੋਈ। ਕਿਤਾਬਾਂ ਦੀਆਂ ਉਹਨਾਂ ਕੋਲ ਚੰਗੀਆਂ ਗੱਲਾਂ ਕਰੋ। ਕਿਤਾਬਾਂ ਪੜ੍ਹਨ ਦਾ ਵਸੀਲਾ ਉਹ ਆਪ ਕੱਢਣਗੇ, ਆਪ ਲੱਭਣਗੇ। ਸੰਗਤ ਵਿੱਚ ਵੀ ਇਹ ਗੱਲ ਰੱਖੋ ਹਮੇਸ਼ਾ ਹੀ। ਉਹ ਕਹਿੰਦੇ ਵੀ ਸੰਗਤ ਦੇ ਲਾਭ ਕੀ ਨੇ, ਸੰਗਤ ਕਰਨ ਦੇ ਲਾਭ ਕੀ ਨੇ। ਸੰਗਤ ਆਪੇ ਕੱਢੇਗੀ ਸਮਾਂ। ਹਜੇ ਆਪਾਂ ਨੂੰ ਗੁਰੂ ਕੋਲ ਬੈਠਣ ਦੇ ਲਾਭ ਨਹੀਂ ਪਤਾ। ਸਾਨੂੰ ਪੈਸੇ ਦੇ ਪਤਾ ਵੀ ਕੀ ਲਾਭ ਹੁੰਦੇ ਨੇ, ਵੀ ਪੈਸਾ ਆਪਾਂ ਦਈਏ ਤੇ ਬੱਟੇ ਵਿੱਚ ਜੋ ਚਾਹੀਏ ਲੈ ਆਈਏ, ਜਿਹੜੀ ਮਰਜ਼ੀ ਸਹੂਲਤ। ਹਜੇ ਗੁਰੂ ਕੋਲ ਸਾਨੂੰ ਬੈਠਣ ਦੇ ਲਾਭ ਜੇ ਪਤਾ ਨਹੀਂ ਲੱਗੇ ਵੀ ਇੱਥੇ ਬੈਠਣ ਦੇ ਉਹ ਚੀਜ਼ ਆ ਇੱਥੇ ਮਿਲਣੀ ਜਿਹੜੀ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ, ਬਿਲਕੁਲ ਵੀ। ਤੁਹਾਡਾ ਜੇ ਪਿਆਰ ਹੈ ਨਾ ਗੁਰੂ ਦੇ ਨਾਲ, ਤੁਸੀਂ ਆ ਹੀ ਜਾਣਾ ਇੱਥੇ। ਜੇ ਤੁਸੀਂ ਆਏ ਹੋ ਤਾਂ ਤੁਹਾਡੇ ਹਿਰਦੇ 'ਚ ਪਿਆਰ ਸੀ। ਜਿਹਦੇ ਨਹੀਂ ਪਿਆਰ ਉਹਨੇ ਬਹਾਨਾ ਬਣਾ ਲੈਣਾ। ਗੁਰੂ ਕੋਲ ਨਾ ਜਾਣ ਦਾ ਸਿਰ ਦੁਖਦਾ, ਨੀਂਦ ਆਉਂਦੀ ਆ, ਨਿਊਜ਼ਪੇਪਰ ਪੜ੍ਹਨਾ, ਸਿਹਤ ਠੀਕ ਨਹੀਂ, ਬਹੁਤ ਬਹਾਨੇ ਨੇ, ਬਹੁਤ ਬਹਾਨੇ। ਭਾਵੇਂ ਸਿਹਤ ਠੀਕ ਆ ਚਾਹੇ ਨਹੀਂ, ਉਹਨੇ ਆ ਹੀ ਜਾਣਾ ਜਿਹਨੂੰ ਗੁਰੂ ਨਾਲ ਪਿਆਰ ਹੈ। ਇੱਕ ਕਹਾਣੀ ਪੜ੍ਹੀ ਤੁਹਾਡੇ ਨਾਲ ਸਾਂਝੀ ਕਰਾਂ, ਤੁਹਾਨੂੰ ਪਤਾ ਲੱਗੇਗਾ, ਹੋਰ ਗੱਲ ਸਮਝੋਗੇ। ਇੱਕ ਸੰਨਿਆਸੀ ਸੀ ਤੇ ਉਹਨਾਂ ਪਹਾੜੀ ਰਸਤੇ ਤੇ ਜਾ ਰਿਹਾ ਸੀ। ਜਿਹੜੇ ਪਹਾੜਾਂ ਵਾਲੇ ਰਸਤੇ ਹੁੰਦੇ ਨੇ ਉਹ ਥੋੜ੍ਹੇ ਜਿਹੇ ਵਿਖਮ ਹੁੰਦੇ ਨੇ, ਔਖੇ ਹੁੰਦੇ ਨੇ। ਉਹਦੇ ਕੋਲ ਨਿੱਕ ਸੁੱਕ ਬਹੁਤ ਸੀ, ਕਿਉਂਕਿ ਆਪਾਂ ਨੂੰ ਕਈ ਵਾਰੀ ਇੱਦਾਂ ਨਹੀਂ ਹੁੰਦਾ, ਜਦੋਂ ਸਫ਼ਰ ਤੇ ਜਾਂਦੇ ਹਾਂ ਆਪਾਂ ਲੋੜ ਨਾਲੋਂ ਵੱਧ ਚੀਜ਼ਾਂ ਲੈ ਲੈਂਦੇ ਹਾਂ। ਉਨੀ ਆਪਾਂ ਨੂੰ ਲੋੜ ਨਹੀਂ ਹੁੰਦੀ। ਉਹਨੇ ਵੀ ਉਵੇਂ ਕੀਤਾ। ਹੌਲੀ ਹੌਲੀ ਜਾ ਰਿਹਾ ਸੀ। ਇੱਕ ਛੋਟੀ ਜਿਹੀ ਬੱਚੀ ਜਿਹੜੀ ਪਹਾੜਾਂ ਤੇ ਰਹਿੰਦੀ ਸੀ,
ਉਹਦਾ ਮੋਢਿਆਂ ਤੇ ਆਪਦਾ ਭਰਾ ਚੱਕਿਆ ਹੋਇਆ ਸੀ। ਸੰਨਿਆਸੀ ਦੇ ਜਿਹੜੇ ਪਸੀਨੇ ਸੀ ਉਹ ਨਿਕਲ ਰਹੇ ਸੀ, ਮੁੜਕਾ ਆ ਰਿਹਾ ਸੀ ਉਹਨੂੰ, ਬਹੁਤ ਔਖਾ ਰਸਤਾ ਸੀ। ਉਹ ਬੜੀ ਦੌੜੀ ਦੌੜੀ ਜਾ ਰਹੀ ਸੀ, ਭਰਾ ਉਹਦਾ ਮੋਢਿਆਂ ਤੇ ਚੱਕਿਆ ਸੀ। ਤੇ ਜਾ ਕੇ ਸੰਨਿਆਸੀ ਨੇ ਉਹਨੂੰ ਰੋਕਿਆ, ਕਹਿੰਦਾ ਬੱਚੀ ਇੱਕ ਗੱਲ ਸੁਣ ਮੇਰੀ, ਪਹਾੜੀ ਰਸਤੇ ਤੇ ਮੈਂ ਵੀ ਚੱਲ ਰਿਹਾ, ਤੂੰ ਵੀ ਚੱਲ ਰਹੀ ਆ, ਮੇਰੇ ਕੋਲ ਵੀ ਭਾਰ ਆ, ਤੇਰੇ ਕੋਲ ਵੀ ਭਾਰ ਆ, ਤੇਰੇ ਮੋਢਿਆਂ ਤੇ ਵੀ ਭਾਰ ਆ, ਮੇਰੇ ਮੋਢਿਆਂ ਤੇ ਵੀ ਭਾਰ ਆ, ਤੈਨੂੰ ਇਹਦਾ ਬੋਝ ਨਹੀਂ ਲੱਗਦਾ? ਹੱਸ ਕੇ ਕਹਿਣ ਲੱਗੀ, ਬਜ਼ੁਰਗੋ ਇੱਕ ਗੱਲ ਦੱਸਾਂ, ਤੁਹਾਨੂੰ ਬੋਝ ਤਾਂ ਲੱਗਦਾ ਤੁਸੀਂ ਭਾਰ ਚੱਕਿਆ, ਮੈਨੂੰ ਬੋਝ ਤਾਂ ਨਹੀਂ ਲੱਗਦਾ ਮੈਂ ਭਰਾ ਚੁੱਕਿਆ। ਮੇਰਾ ਭਰਾ ਨਾਲ ਪਿਆਰ ਆ, ਇਹ ਜਿੰਨਾ ਮਰਜ਼ੀ ਇਹਦਾ ਵਜਨ ਹੋਵੇ ਮੈਨੂੰ ਭਾਰ ਨਹੀਂ ਲੱਗਣਾ। ਤੁਹਾਡਾ ਇਹਦੇ ਨਾਲ ਪਿਆਰ ਨਹੀਂ ਹੋਣਾ ਤਾਂ ਤੁਹਾਨੂੰ ਬੋਝ ਲੱਗਿਆ। ਗੁਰੂ ਦੀ ਬਾਣੀ ਉਤਨਾ ਸਮਾਂ ਬੋਝ ਲੱਗੇਗੀ, ਗੁਰੂ ਕੋਲ ਬੈਠਣਾ ਉਤਨਾ ਸਮਾਂ ਬੋਝ ਲੱਗੇਗਾ। ਜੇ ਤੁਹਾਡਾ ਪਿਆਰ ਨਹੀਂ, ਜੇ ਤੁਹਾਡਾ ਪਿਆਰ ਆ ਗੁਰੂ ਦੇ ਨਾਲ, ਫਿਰ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ, ਤੁਸੀਂ ਆਪੇ ਹੀ ਆ ਜਾਣਾ। ਸੋ ਬੱਚਿਆਂ ਨੂੰ ਕਦੇ ਇਹ ਨਾ ਕਹੋ ਵੀ ਪੜ੍ਹਿਆ ਕਰ, ਬੱਚਿਆਂ ਕੋਲ ਕਿਤਾਬਾਂ ਦੀਆਂ ਚੰਗੀਆਂ ਗੱਲਾਂ ਕਰੋ ਵੀ ਫਲਾਣਾ ਬੱਚਾ ਪੜ੍ਹਦਾ, ਆਹ ਬਣ ਗਿਆ, ਆਹ ਕਿਤਾਬ ਨੂੰ ਪੜ੍ਹਨ ਦੇ ਆਹ ਫਾਇਦੇ ਨੇ, ਇੱਦਾਂ ਕਰਕੇ ਉਹ ਪੜ੍ਹਨਗੇ। ਜੋ ਤੁਸੀਂ ਬਾਹਲਾ ਕਹਿੰਦੇ ਹੋ, ਬਹੁਤ ਜ਼ਿਆਦਾ ਉਹਨਾਂ ਨੂੰ ਕਹੀ ਜਾਂਦੇ ਹੋ, ਤੇ ਉਹ ਪੜ੍ਹਦੇ ਫਿਰ ਵੀ ਨਹੀਂ। ਤੁਸੀਂ ਵੇਖਿਆ ਕਿਤਾਬ ਕਈ ਵਾਰੀ ਖੁੱਲ੍ਹੀ ਪਈ ਅੱਗੇ, ਉਹ ਪੜ੍ਹਦੇ ਫਿਰ ਨਹੀਂ। ਦੇਖੀ ਵੀ ਜਾਣਗੇ ਕਿਤਾਬ ਵੱਲ, ਇਹ ਨਹੀਂ ਵੇਖਦੇ ਨਹੀਂ, ਉਹ ਬਹਾਨੇ ਹੁੰਦੇ ਨੇ। ਜਿਹੜੀ ਚੀਜ਼ ਨਾਲ ਤੁਹਾਡਾ ਪਿਆਰ ਹੈ ਉਹਦੇ ਲਈ ਤੁਸੀਂ ਸਮਾਂ ਕੱਢ ਲੈਣਾ, ਬਹਾਨੇ ਬਣਾ ਲੈਣੇ ਨੇ ਉਹਨੂੰ ਮਿਲਣ ਦੇ। ਜਿਹੜੀ ਚੀਜ਼ ਨਾਲ ਤੁਹਾਡਾ ਪਿਆਰ ਨਹੀਂ, ਤੁਸੀਂ ਬਹਾਨੇ ਬਣਾ ਲੈਣੇ ਨੇ ਉਹਦੇ ਕੋਲ ਨਾ ਜਾਣ ਦੇ। ਬੁਰੇ ਕਾਮ ਕੋ, ਗੁਰਬਾਣੀ ਇੱਦਾਂ ਕਹਿੰਦੀ ਇਹਨੂੰ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਕਹਿੰਦੇ ਬੁਰੇ ਬੰਦੇ ਨੂੰ ਕਹੋ ਨਾ ਵੀ ਆ ਜਾ ਆਪਾਂ ਫਲਾਣੀ ਜਗ੍ਹਾ ਜਾਣਾ, ਤੇ ਉੱਥੇ ਜੂਆ ਖੇਡਣਾ ਜਾ ਕੇ, ਜਾਂ ਸ਼ਰਾਬ ਪੀਣੀ ਆ, ਕੋਈ ਵੀ ਮਾੜਾ ਕੰਮ ਆ, ਕਹਿੰਦੇ ਝੱਟ ਉੱਠ ਕੇ ਖੜਾ ਹੋ ਜਾਊਗਾ। ਉਹਨੇ ਕਹਿਣਾ ਚੱਲ। ਮੰਨ ਲਓ ਉਹਨੂੰ ਨੀਂਦ ਵੀ ਆਉਂਦੀ ਆ ਨਾ, ਤੇ ਕੰਬਲ ਉਹਦੇ ਉੱਪਰ ਲਿਆ ਹੋਇਆ, ਸਰਦੀ ਵੀ ਆ, ਉਹਨੇ ਚੱਕ ਕੇ ਕੰਬਲ ਪਰਾਂ ਮਾਰਨਾ। ਬੁਰੇ ਕਾਮ ਕੋ ਊਠ ਖਲੋਇਆ, ਉਹਨੇ ਕਹਿਣਾ ਚੱਲ ਛੇਤੀ ਚੱਲ, ਕਿਤੇ ਦੇਰ ਨਾ ਹੋ ਜੇ। ਨਾਮ ਕੀ ਵੇਲਾ ਪੈ ਪੈ ਸੋਇਆ। ਜਦੋਂ ਨਾਮ ਦਾ ਵੇਲਾ ਹੋਇਆ, ਉਹਨੂੰ ਕਹਿਣਾ ਵੀ ਆਪਾਂ ਚੱਲ ਆ ਜਾ, ਵੀ ਆਪਾਂ 5 ਮਿੰਟ ਵਾਹਿਗੁਰੂ ਹੀ ਕਹਿਣਾ ਬਹਿ ਕੇ। ਤੇ ਉਹਨੇ ਕਹਿਣਾ ਨਹੀਂ ਮੈਨੂੰ ਨੀਂਦ ਆਉਂਦੀ ਆ। ਨਾਮ ਕੀ ਵੇਲਾ ਪੈ ਪੈ ਸੋਇਆ। ਬਹਾਨੇ ਹੁੰਦੇ ਨੇ। ਤੁਸੀਂ ਵੇਖਣਾ ਬੰਦਾ ਸਾਰਾ ਦਿਨ ਵਿਹਲਾ ਹੋਊਗਾ ਪਰ ਗੁਟਕਾ ਨਹੀਂ ਚੱਕਦਾ। ਬਹਾਨੇ, ਜਦੋਂ ਕੋਈ ਕੰਮ ਕਰਨਾ ਉਦੋਂ ਬੰਦਾ ਵਿਹਲਾ ਵਾ, ਜਦੋਂ ਬਾਣੀ ਪੜ੍ਹਨੀ ਆ ਉਦੋਂ ਬੰਦੇ ਨੂੰ ਦੁਨੀਆ ਦੇ ਸਾਰੇ ਕੰਮ ਉਹ ਆ ਪੈਂਦੇ ਨੇ। ਮਨ ਦੀ ਤੁਸੀਂ ਚਲਾਕੀ ਸਮਝਣਾ ਕਦੇ। ਮਨ ਤੋਂ ਗੁਰੂ ਸਾਹਿਬ ਜੀ ਕਹਿੰਦੇ ਵੱਡਾ ਚਲਾਕ ਦੇਖਿਆ ਕਦੇ। ਇੱਕ ਬਹਾਨਾ, 2 ਬਹਾਨੇ, ਬਹਾਨਿਆਂ ਦੇ ਵਿੱਚੋਂ ਬਹਾਨੇ ਨਿਕਲਦੇ ਨੇ। ਅੱਜ ਸਿਹਤ ਠੀਕ ਨਹੀਂ, ਅੱਜ ਸਿਰ ਦੁਖਦਾ, ਬੰਦਾ ਵਿਹਲਾ ਹੋ ਕੇ ਵੀ ਵਿਹਲਾ ਨਹੀਂ। ਅਸਲ ਵਿੱਚ ਗੱਲ ਇਹ ਆ, ਇੱਕ ਮੈਂ ਸੂਫੀ ਫਕੀਰ ਦੀ ਗਾਥਾ ਪੜ੍ਹੀ, ਉਹ ਕਹਿੰਦਾ ਬੰਦੇ ਨੂੰ ਸ਼ੁਕਰ ਨਹੀਂ ਕਰਨਾ ਆਉਂਦਾ। ਜਦੋਂ ਪੁਰਾਣਾ ਸਮਾਂ ਸੀ ਨਾ, ਕਹਿੰਦੇ ਦੂਰ ਖੂਹ ਹੁੰਦੇ ਸੀ, ਪਿੰਡਾਂ ਤੋਂ ਬਹੁਤ ਦੂਰ ਖੂਹ ਹੁੰਦੇ ਸੀ ਘਰ ਤੋਂ। ਤੁਰ ਕੇ ਜਾਣਾ, ਉਹ ਰੱਸੀ ਸੁੱਟਣੀ ਖੂਹ ਦੇ ਵਿੱਚ, ਪਾਣੀ ਭਰਨਾ ਤੇ ਘੜੇ ਭਰ ਕੇ ਘਰੇ ਲਿਆਉਣਾ। ਜਦੋਂ ਪੀਣਾ ਪਾਣੀ ਦਾ ਗਲਾਸ ਤੇ ਸ਼ੁਕਰ ਨਿਕਲਣਾ ਵੀ ਵਾਹਿਗੁਰੂ ਤੂੰ ਸਾਨੂੰ ਇਹ ਦਿੱਤਾ। ਕਹਿੰਦੇ ਹੁਣ ਟੂਟੀ ਖੋਲਦੇ ਆ, ਸਕਿੰਟ ਲੱਗਦਾ। ਨਲਕਾ ਗੇੜਦਿਆਂ ਦੀਆਂ ਬਾਹਾਂ ਹੰਭ ਜਾਂਦੀਆਂ ਸੀ, ਕਹਿੰਦੇ ਬਾਲਟੀ ਮਸਾਂ ਭਰੀ ਜਾਂਦੀ ਹੁੰਦੀ ਸੀ। ਹੁਣ ਸਭ ਖੁੱਲ੍ਹੇ ਆਮ ਆ, ਬਹੁਤਾਤ ਵਿੱਚ। ਸ਼ੁਕਰ ਨਹੀਂ ਕਰਨਾ ਆਉਂਦਾ ਇਨਸਾਨ ਨੂੰ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਨਾ ਚਲੇ ਜਾਣਾ ਚਲੇ ਜਾਣਾ, ਉਹ ਰੌਲਾ ਨਹੀਂ ਪਾਉਂਦੇ, ਝਗੜਦੇ ਨਹੀਂ। ਵਾਦ ਵਿਵਾਦ ਕਾਹੂ ਸਿਉ ਨਾ ਕੀਜੈ, ਲੜਦੇ ਨਹੀਂ।
ਰੁੱਸਦੇ ਵੀ ਨਹੀਂ। ਵਿਥਾਰ ਦੇ ਅਰਥ ਹੁੰਦੇ ਨੇ ਖਿਲਾਰਾ ਖਿਲਾਰਨਾ, ਖਿਲਾਰਾ ਨਹੀਂ ਖਿਲਾਰਦੇ। ਕਈ ਹੁੰਦੇ ਨੇ ਨਾ ਵੀ ਸ਼ਾਂਤੀ ਹੁੰਦੀ ਆ ਘਰ ਵਿੱਚ ਤੇ ਆ ਕੇ ਉਹ ਬੰਦਿਆਂ ਨੇ ਫਿਰ ਖਿਲਾਰਾ ਹੀ ਖਿਲਾਰਨਾ ਹੁੰਦਾ। ਬਿਲਕੁਲ ਇਹ ਵਿਥਾਰ ਦੇ ਅਰਥ ਜਿਹੜੇ ਅੱਖਰੀ ਬਣਦੇ ਨੇ ਨਾ ਤੇ ਉਹ ਬਣਦੇ ਨੇ ਖਿਲਾਰਾ ਖਿਲਾਰਨਾ। ਕਈ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਆਪਾਂ ਕੁਝ ਦਿਨਾਂ ਲਈ ਇਕੱਠੇ ਹੋਏ ਹਾਂ। ਇੱਕ ਹੁੰਦੀ ਹੈ ਚੀਜ਼ ਸੁਣਨੀ ਪੜ੍ਹਨੀ, ਇੱਕ ਹੁੰਦੀ ਹੈ ਮਹਿਸੂਸ ਕਰਨੀ, ਇੱਕ ਹੁੰਦੀ ਹੈ ਦਿਲ 'ਚ ਵਸਾਉਣੀ। ਪਤਾ ਸਾਰਿਆਂ ਨੂੰ ਹੀ ਆ। ਦੇਖੋ ਬੇਈਮਾਨੀ ਕਰਨੀ ਪਾਪ ਆ, ਕਿਹਨੂੰ ਨਹੀਂ ਪਤਾ, ਲੋਕ ਕਰਦੇ ਨੇ। ਰਿਸ਼ਵਤ ਲੈਣੀ ਚੰਗੀ ਗੱਲ ਨਹੀਂ, ਲੋਕ ਲੈਂਦੇ ਨੇ। ਬਾਣੀ ਪੜ੍ਹਨੀ ਚਾਹੀਦੀ ਆ ਪਰ ਪੜ੍ਹਦੇ ਨਹੀਂ, ਕਿਉਂ? ਸੱਚਾ ਗਿਆਨ ਤੇ ਅਧੂਰਾ ਗਿਆਨ, ਦੋ ਤਰ੍ਹਾਂ ਦੇ ਗਿਆਨ ਹੁੰਦੇ ਨੇ। ਇੱਕ ਹੁੰਦਾ ਸੱਚਾ ਗਿਆਨ, ਇੱਕ ਹੁੰਦਾ ਅਧੂਰਾ ਗਿਆਨ। ਜੇ ਜਾਣ ਲਿਆ ਨਾ ਬੇਈਮਾਨੀ ਕਰਨੀ ਪਾਪ ਅਤੇ ਛੱਡ ਦਿੱਤੀ, ਇਹ ਸੱਚਾ ਗਿਆਨ ਆ। ਬੇਈਮਾਨੀ ਕਰਨੀ, ਧੋਖਾ ਦੇਣਾ ਗੁਨਾਹ ਹੈ, ਪਾਪ ਹੈ, ਫਿਰ ਵੀ ਕਰੀ ਗਏ, ਇਹ ਅਧੂਰਾ ਗਿਆਨ ਆ। ਰਿਸ਼ਵਤ ਨਹੀਂ ਲੈਣੀ, ਸਰਕਾਰੀ ਨੌਕਰੀ ਦੇ ਪੈਸੇ ਹੀ ਬਹੁਤ ਨੇ, ਨਹੀਂ ਲੈਣੀ, ਇਹ ਸੱਚਾ ਗਿਆਨ ਆ। ਰਿਸ਼ਵਤ ਲੈਣੀ ਪਾਪ ਆ, ਫਿਰ ਵੀ ਲਈ ਜਾਣੀ ਆ, ਇਹ ਅਧੂਰਾ ਗਿਆਨ ਆ। ਅਧੂਰੇ ਗਿਆਨ ਨਾਲ ਬੰਦੇ ਨੂੰ ਭੁਲੇਖਾ ਜਿਹਾ ਪੈਂਦਾ ਵੀ ਮੈਂ ਗਿਆਨੀ ਆ। ਆਪਾਂ ਚਲੇ ਜਾਣਾ ਪੜ੍ਹਦੇ ਸੁਣਦੇ ਆ। ਜੇ ਦਿਲ 'ਚ ਨਹੀਂ ਵਸਾਇਆ ਅਧੂਰਾ ਗਿਆਨ, ਜੇ ਦਿਲ 'ਚ ਵਸਾ ਲਿਆ ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੋੜ ਕੇ ਸ਼ੀਸ਼ ਮਹੱਲ ਚੱਲਿਆ, ਕੋਈ ਪਲਿਆ ਨਾਜ ਤੇ ਨਖਰਿਆਂ ਵਿੱਚ, ਕੋਈ ਗਰਮ ਰੇਤ ਤੇ ਥਲ ਚੱਲਿਆ, ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ। ਗੁਲਾਮ ਫਰੀਦਾ ਇੱਥੇ ਸਭ ਮੁਸਾਫਰ, ਕੋਈ ਅੱਜ ਚੱਲਿਆ ਕੋਈ ਕੱਲ੍ਹ ਚੱਲਿਆ। ਜੇ ਵਸਾਲੀ ਗੱਲ ਹਿਰਦੇ ਵਿੱਚ, ਫਿਰ ਮਹਾਰਾਜ ਕਹਿੰਦੇ ਵੀ ਉਹ ਲੜਦੇ ਨਹੀਂ ਹੁੰਦੇ। ਉਹਨਾਂ ਦਾ ਰੌਲਾ ਨਹੀਂ ਹੈਗਾ ਦੁਨੀਆ ਤੇ, ਉਹਨਾਂ ਦੇ ਝਗੜੇ ਨਹੀਂ ਹੈਗੇ ਜਿਹੜੇ ਮੌਤ ਨੂੰ ਯਾਦ ਰੱਖਦੇ ਨੇ। ਰੌਲਾ ਦੋ ਤਰ੍ਹਾਂ ਦੇ ਲੋਕਾਂ ਦਾ ਹੀ ਆ, ਜਿਨ੍ਹਾਂ ਨੂੰ ਰੱਬ ਨਹੀਂ ਯਾਦ ਜਾਂ ਫਿਰ ਜਿਨ੍ਹਾਂ ਨੂੰ ਮੌਤ ਨਹੀਂ ਯਾਦ। ਆਪਾਂ ਸਾਹਿਬਜ਼ਾਦਿਆਂ ਦੇ ਦਿਨ ਮਨਾਏ ਨੇ ਨਾ, ਤੇ ਜਦੋਂ ਕਚਹਿਰੀ ਵਿੱਚ ਲੈ ਕੇ ਆਂਦਾ ਸੂਬਾ ਵਜ਼ੀਰ ਖਾਂ ਕਹਿੰਦਾ ਨਾ, ਜੇ ਤੁਸੀਂ ਨਾ ਮੰਨੇ ਤੇ ਤੁਹਾਨੂੰ ਮਾਰ ਦੇਣਾ, ਜੇ ਤੁਸੀਂ ਇਸਲਾਮ ਨਾ ਕਬੂਲ ਕੀਤਾ ਤੇ ਤੁਹਾਨੂੰ ਮਾਰ ਦੇਣਾ ਸੀ, ਇਹ ਆਖਿਆ ਸੀ। ਉਹ ਕਹਿੰਦੇ ਸਾਨੂੰ ਮੌਤ ਦਾ ਡਰ ਨਾ ਦਿਓ, ਮੌਤ ਸਾਨੂੰ ਸਦਾ ਹੀ ਯਾਦ ਰਹਿੰਦੀ ਆ। ਸਾਡੇ ਧਰਮ ਦੇ ਵਿੱਚ ਮਰਨਾ ਸਾਡੇ ਗੁਰਪਿਤਾ ਜੀ ਨੇ ਸਾਨੂੰ ਪਹਿਲਾਂ ਸਿਖਾਇਆ। ਮੌਤ ਦਾ ਡਰ ਕਿਸੇ ਹੋਰ ਨੂੰ ਦਿਓ। ਤਾਂ ਭਾਵ ਕੀ ਸੀ? ਮੌਤ ਸਾਨੂੰ ਸਦਾ ਹੀ ਯਾਦ ਰਹਿੰਦੀ ਆ। ਦੋ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦੇ ਸਿਰਫ ਦੁਨੀਆ ਤੇ ਰੌਲੇ ਰੱਪੇ ਨੇ, ਜਾਂ ਤਾਂ ਉਹ ਰੱਬ ਨੂੰ ਭੁੱਲੇ ਹੋਏ ਨੇ, ਉਹਨਾਂ ਦੇ ਨੇ, ਜਾਂ ਉਹਨਾਂ ਦੇ ਨੇ ਜਿਹੜੇ ਮੌਤ ਨੂੰ ਭੁੱਲੇ ਹੋਏ ਨੇ। ਅਸਲ ਵਿੱਚ ਰੱਬ ਤੇ ਮੌਤ ਇੱਕ ਹੀ ਚੀਜ਼ ਆ, ਇੱਕ ਸਿੱਕੇ ਦੇ ਦੋ ਪਾਸੇ ਨੇ, ਕਿਉਂਕਿ ਮੌਤ ਨੂੰ ਬਣਾਉਣ ਵਾਲਾ ਪਰਮੇਸ਼ਰ ਆ। ਕਾਲ ਕੇ ਬਣਾਏ ਸਭੇ ਕਾਲ ਹੀ ਚਬਾਹੇਂਗੇ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਆ। ਕਹਿੰਦੇ ਉਹਦੇ ਬਣਾਏ ਹੋਏ, ਮੌਤ ਦੇ ਬਣਾਏ ਹੋਈ ਮੌਤ ਹੀ ਚਬਾ ਜੂਗੀ ਉਹਨਾਂ ਨੂੰ, ਮੌਤ ਹੀ ਖਾ ਜੂਗੀ। ਕਾਲ ਕੇ ਬਣਾਏ ਸਭੇ ਕਾਲ ਹੀ ਚਬਾਹੇਂਗੇ, ਵਾਹਿਗੁਰੂ ਬਣਾ ਕੇ ਵਾਹਿਗੁਰੂ ਹੀ ਢਾਊਗਾ। ਆਵਣ ਜਾਣ ਕੇ ਖੇਲ ਬਣਾਇਆ, ਇਹ ਉਹਦੀ ਮਰਿਆਦਾ ਵਾ, ਉਹਦੀ ਖੇਡ ਆ। ਉਹਨੂੰ ਕੋਈ ਬਣਾਉਣ 'ਚ ਆਪਣੇ ਲਾਭ ਨਹੀਂ ਹੈਗਾ ਵੀ ਉਹਨੂੰ ਲਾਭ ਮਿਲ ਰਿਹਾ ਕੋਈ, ਤੇ ਢਾਉਣ ਵਿੱਚ ਉਹਨੂੰ ਕੋਈ ਨੁਕਸਾਨ ਨਹੀਂ ਵੀ ਕਿ ਉਹਨੂੰ ਬਹੁਤ ਘਾਟਾ ਪੈ ਗਿਆ। ਜਿਵੇਂ ਆਪਾਂ ਮਕਾਨ ਬਣਾਉਂਦੇ ਆ, ਆਪਾਂ ਕਹਿੰਦੇ ਬੜਾ ਲਾਭ ਹੋ ਗਿਆ। ਜੇ ਕੋਈ ਆ ਕੇ ਢਾਹ ਜਾਵੇ ਜਾਂ ਆਪਾਂ ਢਾਹ ਦਈਏ, ਕਹਾਂਗੇ ਨੁਕਸਾਨ ਹੋ ਗਿਆ, ਸਾਡਾ ਨੁਕਸਾਨ ਕਰਤਾ ਕਿਸੇ ਨੇ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਖੇਡ ਕੀ ਹੁੰਦਾ? ਖੇਡ ਉਹੀ ਖੇਡ ਆ ਜਿਹ 'ਚ ਨਾ ਤਾਂ ਲਾਭ ਆ ਤੇ ਨਾ ਕੋਈ ਨੁਕਸਾਨ ਆ। ਜਿਹੜੀਆਂ ਅਜੋਕੀਆਂ ਖੇਡਾਂ ਨੇ ਨਾ, ਇਹ ਖੇਡਾਂ ਨਹੀਂ,
ਇਹ ਜੰਗਾਂ ਨੇ। ਖੇਡ ਸਿਰਫ ਬੱਚੇ ਖੇਡਦੇ ਨੇ, ਗੁਰਬਾਣੀ ਕਹਿੰਦੀ ਖੇਡ ਸਿਰਫ ਬੱਚੇ ਖੇਡਦੇ ਨੇ ਜਾਂ ਰੱਬ ਖੇਡਦਾ। ਬੱਚੇ ਬਣਾਉਂਦੇ ਨੇ ਮਹਿਲ, ਨਦੀ ਕਿਨਾਰੇ ਘਰ ਬਣਾਉਂਦੇ ਨੇ ਮਿੱਟੀ ਦੇ। ਮਾਂ ਆਵਾਜ਼ ਮਾਰਦੀ ਆ ਜਾਓ ਰੋਟੀ ਖਾ ਲਓ, ਹੱਸਦਿਆਂ ਹੱਸਦਿਆਂ ਬਣਾਏ, ਹੱਸਦਿਆਂ ਹੱਸਦਿਆਂ ਪੈਰ ਮਾਰ ਕੇ ਢਾਤੇ। ਇੱਦਾਂ ਹੀ ਕਰਦੇ ਨੇ ਉਹ। ਬਣਾਉਣ ਵਿੱਚ ਕੋਈ ਉਹਨਾਂ ਨੂੰ ਲਾਭ ਨਹੀਂ ਸੀ, ਖੇਡ ਸੀ। ਢਾਉਣ ਦੇ ਵਿੱਚ ਕੋਈ ਨੁਕਸਾਨ ਨਹੀਂ, ਖੇਡਦਿਆਂ ਨੇ ਬਣਾਏ ਤੇ ਖੇਡਦਿਆਂ ਨੇ ਢਾਤੇ। ਫਰੀਦ ਸਾਹਿਬ ਜੀ ਕਹਿੰਦੇ ਬਿਲਕੁਲ ਰੱਬ ਵੀ ਐਵੇਂ ਹੀ ਕਰਦਾ। ਰੱਬ ਵੀ ਖੇਡਦਾ ਖੇਡਦਾ ਇਨਸਾਨ ਬਣਾਉਂਦਾ, ਕੋਈ ਲਾਭ ਨਹੀਂ ਉਹਨੂੰ। ਖੇਡ ਹੀ ਆ ਉਹਦੀ ਤੋੜ ਦਿੰਦਾ ਬਣਾ ਕੇ, ਨੁਕਸਾਨ ਨਹੀਂ ਉਹਨੂੰ ਕੋਈ। ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਇੱਦਾਂ ਪਾਤਸ਼ਾਹ ਜੀ ਕਹਿੰਦੇ ਨੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਜਿਨ੍ਹਾਂ ਨੇ ਇਹ ਜਾਣ ਲਿਆ ਵੀ ਚਲੇ ਜਾਣਾ, ਉਹ ਲੜਦੇ ਨਹੀਂ ਕਦੇ, ਝਗੜਦੇ ਨਹੀਂ ਕਦੇ। ਚੱਲਣ ਸਾਰ ਨਾ ਜਾਣਨੀ, ਕਾਜ ਸਵਾਰਨ ਹਾਰ। ਜਿਨ੍ਹਾਂ ਨੇ ਚੱਲਣ ਦੀ ਸਾਰ ਨਹੀਂ ਜਾਣੀ, ਜਿਨ੍ਹਾਂ ਨੇ ਮੌਤ ਨੂੰ ਯਾਦ ਨਹੀਂ ਰੱਖਿਆ, ਉਹਨਾਂ ਦੇ ਕਾਜ ਸਦਾ ਹੀ ਵਿਗੜਦੇ ਨੇ। ਕਿਹੜੇ ਕਾਜ? ਇਹ ਨਹੀਂ ਕਿ ਉਹ ਅਮੀਰ ਨਹੀਂ ਹੋਣਗੇ, ਵੀ ਜਿਨ੍ਹਾਂ ਨੇ ਕਦੇ ਮੌਤ ਨਹੀਂ ਯਾਦ ਰੱਖੀ ਉਹਨਾਂ ਕੋਲ ਪੈਸਾ ਨਹੀਂ ਹੋਊਗਾ। ਜਿਨ੍ਹਾਂ ਨੂੰ ਰੱਬ ਨਹੀਂ ਯਾਦ ਉਹ ਧਨਾੜ ਨਹੀਂ ਹੋ ਸਕਦੇ, ਆਤਮਿਕ ਸੁੱਖ ਨਹੀਂ ਉਹਨਾਂ ਨੂੰ ਮਿਲੂਗਾ। ਇਹ ਪਾਤਸ਼ਾਹ ਜੀ ਕਹਿ ਰਹੇ ਨੇ ਆਤਮਿਕ ਸ਼ਾਂਤੀ ਉਹਨਾਂ ਨੂੰ ਕਦੇ ਵੀ ਨਹੀਂ ਮਿਲੂਗੀ। ਤੁਸੀਂ ਜੇ ਕਿਸੇ ਦਾ ਦਿਲ ਤੋੜੋਗੇ, ਗੁੱਸੇ ਨਾਲ ਕੋਈ ਗੱਲ ਕਹੋਗੇ, ਸਭ ਤੋਂ ਵੱਧ ਸ਼ਾਂਤੀ ਤੁਹਾਡੀ ਭੰਗ ਹੋਣੀ ਆ। ਸਾਹਮਣੇ ਵਾਲੀ ਦਾ ਤੁਸੀਂ ਕਰੋਗੇ ਨਾ, ਤੁਸੀਂ ਆਪਦੀ ਸ਼ਾਂਤੀ ਖੋਵੋਗੇ। ਬਹੁਤ ਗਲਤੀਆਂ, ਬਹੁਤ ਭੁੱਲਾਂ ਇਨਸਾਨ ਤੋਂ ਹੋ ਜਾਂਦੀਆਂ ਨੇ, ਪਰ ਬੰਦੇ ਦੀ ਇਹ ਫਿਤਰਤ ਆ ਵੀ ਉਹਨੂੰ ਲੱਗਦਾ ਵੀ ਮੈਂ ਹੀ ਸਹੀ ਹਾਂ, ਬਾਕੀ ਸਾਰੇ ਗਲਤ ਨੇ। ਮਹਾਤਮਾ ਬੁੱਧ ਜੀ ਸਨ, ਉਹ ਇੱਕ ਨਗਰ ਦੇ ਵਿੱਚ ਚਲੇ ਗਏ। ਜਦੋਂ ਗਏ ਨਾ ਉੱਥੇ ਜਾ ਕੇ, ਉੱਥੇ ਨੇੜੇ ਇੱਕ ਵੇਸ਼ਵਾ ਦਾ ਸੀ ਘਰ, ਜਿਹੜੀ ਬੜੀ ਚਰਿੱਤਰਹੀਣ ਔਰਤ ਆਪਾਂ ਕਹਿ ਦਈਏ, ਵੀ ਮਾੜੇ ਕਰਮ ਕਰਨ ਵਾਲੀ। ਉਹ ਨਗਰ ਦੇ ਵਿੱਚ ਹੀ ਰਹਿੰਦੀ ਸੀ। ਸਾਰੇ ਨਗਰ ਵਾਸੀ ਕਹਿਣ ਲੱਗੇ ਬੁੱਧ ਜੀ, ਸਾਰੇ ਘਰਾਂ ਵਿੱਚ ਚਾਹੇ ਤੁਸੀਂ ਚਲੇ ਜਾਇਓ, ਪਰ ਜੋ ਪੂਰਬ ਦਿਸ਼ਾ ਵਿੱਚ ਘਰ ਬਣਿਆ ਨਾ, ਉਹ ਇੱਕ ਚਰਿੱਤਰਹੀਣ ਔਰਤ ਦਾ ਵਾ, ਉੱਥੇ ਨਹੀਂ ਜਾਣਾ, ਉਹਦੇ ਵਿੱਚ ਨਹੀਂ ਤੁਸੀਂ ਜਾਣਾ। ਤੁਸੀਂ ਸਾਡੇ ਘਰੇ ਆਇਓ, ਘਰੇ ਨਹੀਂ ਜਾਣਾ। ਬੁੱਧ ਜੀ ਕਹਿੰਦੇ ਠੀਕ ਹੈ, ਤੁਸੀਂ ਕਹਿ ਤਾਂ ਰਹੇ ਹੋ, ਪਰ ਜਿਵੇਂ ਮੈਂ ਕਹਿ ਰਿਹਾ ਪਹਿਲਾਂ ਗੱਲ ਨੂੰ ਧਿਆਨ ਨਾਲ ਸੁਣੋ। ਇੱਕ ਸੱਜਣ ਨੂੰ ਉਹਨਾਂ ਨੇ ਕੋਲ ਬੁਲਾਇਆ, ਉਹਦੀ ਇੱਕ ਬਾਂਹ ਫੜ ਲਈ, ਇੱਕ ਬਾਂਹ ਉੱਪਰ ਖੜੀ ਕਰਕੇ ਕਹਿੰਦੇ ਹੁਣ ਤੂੰ ਇੱਕ ਹੱਥ ਦੇ ਨਾਲ ਮੈਨੂੰ ਤਾੜੀ ਮਾਰ ਕੇ ਦਿਖਾ। ਉਹ ਕਹਿੰਦੇ ਕਿਵੇਂ ਹੋ ਜਾਊਗਾ, ਇੰਪੋਸੀਬਲ ਆ। ਇੱਕ ਹੱਥ ਦੇ ਨਾਲ ਅਸੀਂ ਕਿਵੇਂ ਚੋਟ ਕੀਤੇ ਬਿਨਾਂ ਦੂਜੇ ਹੱਥ ਤੇ ਤਾੜੀ ਕਿਵੇਂ ਵੱਜੇਗੀ, ਹੋਣਾ ਨਹੀਂ ਨਾ। ਬੁੱਧ ਜੀ ਨੇ ਉਹਦੀ ਇੱਕ ਬਾਂਹ ਫੜੀ ਹੋਈ ਸੀ। ਕਹਿੰਦੇ ਜਿਵੇਂ ਇੱਕ ਹੱਥ ਦੇ ਨਾਲ ਤਾੜੀ ਨਹੀਂ ਵੱਜ ਸਕਦੀ, ਬਿਲਕੁਲ ਕੋਈ ਇਸਤਰੀ ਓਨਾ ਸਮਾਂ ਚਰਿੱਤਰਹੀਣ ਨਹੀਂ ਹੋ ਸਕਦੀ ਜਦੋਂ ਤੱਕ ਕੋਈ ਪੁਰਸ਼ ਚਰਿੱਤਰਹੀਣ ਨਾ ਹੋਵੇ। ਤੁਹਾਡੇ ਨਗਰ ਵਿੱਚ ਕੋਈ ਪੁਰਸ਼ ਹੋਣਗੇ ਜਿਹੜੇ ਚਰਿੱਤਰਹੀਣ ਹੋਣਗੇ, ਜਿਹੜੇ ਉਹ ਵੇਸ਼ਵਾ ਦੇ ਪਾਸ ਜਾਂਦੇ ਹੋਣਗੇ, ਤਾਂ ਉਹ ਚਰਿੱਤਰਹੀਣ ਆ। ਜੇ ਪੁਰਸ਼ ਵੀ ਨੇ ਤਾਂ ਇਸਤਰੀ ਆ, ਉਹ ਇਕੱਲੀ ਗਲਤ ਨਹੀਂ, ਤੁਹਾਡੇ ਨਗਰ ਨੇ ਉਹਨੂੰ ਬਣਾਇਆ ਹੋਵੇਗਾ। ਕਦੇ ਵੀ ਕੋਈ ਇਸਤਰੀ ਇਕੱਲੀ ਚਰਿੱਤਰਹੀਣ ਕਿਵੇਂ ਹੋ ਸਕਦੀ ਆ, ਜਿਤਨਾ ਸਮਾਂ ਪੁਰਸ਼ ਚਰਿੱਤਰਹੀਣ ਨਹੀਂ। ਰੰਨਾਂ ਹੋਈਆਂ ਬੋਧੀਆਂ, ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇਖੋ, ਰੰਨਾਂ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ, ਸੀਲ ਸੰਜਮ ਸੁੱਚ ਭੰਨੀ, ਖਾਣਾ ਖਾਣ ਆਹਾਜ। ਕੱਲੀਆਂ ਇਸਤਰੀਆਂ ਚਰਿੱਤਰਹੀਣ ਨਹੀਂ ਹੋ ਸਕਦੀਆਂ, ਪੁਰਸ਼ ਵਿੱਚ ਸ਼ਾਮਲ ਹੋਣਗੇ। ਰੰਨਾਂ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ, ਸਯਾਦ ਦੇ ਅਰਥ ਕੀ ਨੇ? ਸ਼ਿਕਾਰੀ। ਉਹ ਵੀ ਹੋਣਗੇ ਇੱਦਾਂ ਦੇ। ਸੋ ਕੋਈ ਵੀ ਇਸਤਰੀ ਉਤਨਾ ਸਮਾਂ ਚਰਿੱਤਰਹੀਣ ਨਹੀਂ ਹੋ ਸਕਦੀ। ਬੁੱਧ ਜੀ ਕਹਿੰਦੇ, ਗੁਰੂ ਨਾਨਕ ਜੀ, ਜਿਤਨਾ ਸਮਾਂ ਕੋਈ ਪੁਰਸ਼ ਨਹੀਂ ਹੁੰਦਾ।
ਇਹ ਸਭ ਦੋ ਹੱਥਾਂ ਦੇ ਨਾਲ ਤਾੜੀ ਵੱਜਦੀ ਆ। ਬੁੱਧ ਜੀ ਨੇ ਉਹਦੀ ਬਾਂਹ ਛੱਡ ਦਿੱਤੀ। ਕਹਿੰਦੇ ਤੁਸੀਂ ਉਹਨੂੰ ਗਲਤ ਕਹਿ ਰਹੇ ਹੋ, ਤੁਹਾਡੇ ਵਿੱਚੋਂ ਕੋਈ ਗਲਤ ਹੋਵੇਗਾ। ਇਹ ਨਹੀਂ ਹੋ ਸਕਦਾ ਕਿ ਇਕੱਲੀ ਗਲਤ ਹੋਵੇ। ਰਾਤ ਕਾਰਨ ਧਨ ਸੰਚੀਐ, ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲਈ, ਫਿਰ ਪਛਤਾਵਾ ਹੋਏ। ਇੱਥੇ ਫਿਰ ਗੁਰੂ ਸਾਹਿਬ ਜੀ ਉਦਾਹਰਨ ਦਿੰਦੇ ਨੇ। ਕਹਿੰਦੇ ਇੱਕ ਬੰਦਾ, ਜਿਵੇਂ ਉਹਦੇ ਕੋਲ ਇੱਕ ਰਾਤ ਆ, ਇੱਕ ਰਾਤ ਉਹਨੂੰ ਮਿਲੀ ਆ ਜ਼ਿੰਦਗੀ ਜਿਉਣ ਵਾਸਤੇ, ਸਿਰਫ ਇੱਕ ਰਾਤ। ਸਵੇਰੇ ਉਹ ਤੋਂ ਸਭ ਕੁਝ ਖੋਹ ਲਿਆ ਜਾਣਾ। ਇੱਕ ਰਾਤ ਆ ਜ਼ਿੰਦਗੀ ਦੀ, ਉਹ ਸਾਰੀ ਰਾਤ ਉਹਨੇ ਕੀ ਕੀਤੀ? ਧਨ ਸੰਚੀਐ, ਭਲਕੇ ਚੱਲਣ ਹੋਏ। ਉਹਨੇ ਸਾਜੋ ਸਮਾਨ ਇਕੱਠੇ ਕਰਦੇ ਨੇ ਨਾ, ਸਾਰਾ ਜਿਹੜਾ ਰਾਤ ਸੀ ਉਹ ਲੰਘਾ ਲਈ। ਉਹ ਸਮਾਨ ਹੀ ਇਕੱਠਾ ਕਰੀ ਗਿਆ ਸਾਰੀ ਰਾਤ। ਜਦੋਂ ਸਾਰਾ ਉਹਨੇ ਬੰਨ੍ਹ ਲਈ ਨਾ ਪੰਡ, ਸਵੇਰ ਹੋਈ, ਗੁਰੂ ਅੰਗਦ ਦੇਵ ਜੀ ਕਹਿੰਦੇ ਨਾਨਕ ਨਾਲ ਨਾ ਚੱਲਈ, ਫਿਰ ਪਛਤਾਵਾ ਹੋਏ। ਉਹਨੇ ਸਾਰੀ ਰਾਤ ਇਕੱਠਾ ਕੀਤਾ ਸੀ, ਜੋ ਸਵੇਰ ਵੇਲੇ ਜਦੋਂ ਤੁਰਨ ਲੱਗਾ ਉਹਦੀ ਬਾਂਹ ਫੜ ਲਈ, ਜਿਵੇਂ ਸ਼ਰਤ ਸੀ ਵੀ ਇੱਕ ਰਾਤ ਹੀ ਤੈਨੂੰ ਮਿਲੀ ਆ। ਉਹ ਕਹਿੰਦੇ ਨਹੀਂ, ਆਹ ਤੈਨੂੰ ਚੀਜ਼ ਇੱਥੇ ਰੱਖ ਕੇ ਜਾਣੀ ਪੈਣੀ ਆ, ਇਹ ਤੇਰੇ ਨਾਲ ਨਹੀਂ ਜਾ ਸਕਦੀ। ਫਿਰ ਉਹਨੇ ਅਫਸੋਸ ਕੀਤਾ। ਗੁਰੂ ਅੰਗਦ ਦੇਵ ਜੀ ਕਹਿੰਦੇ ਮੈਂ ਸਾਰੀ ਰਾਤ ਇਹ ਚੀਜ਼ਾਂ ਨੂੰ ਇਕੱਠੀ ਕਰਦੇ ਲੰਘਾ ਲਈ, ਜਿਹੜੀ ਨਾਲ ਨਹੀਂ ਸੀ ਮੇਰੇ ਜਾਣੀ। ਮੈਂ ਰਾਤ ਵੀ ਚੈਨ ਨਾਲ ਬਤੀਤ ਨਹੀਂ ਕੀਤੀ। ਰਾਤ ਕੀ ਹੁੰਦੀ ਆ? ਸੌਣ ਵਾਸਤੇ, ਆਰਾਮ ਵਾਸਤੇ, ਸਹਿਜ ਵਾਸਤੇ ਹੁੰਦੀ ਆ। ਸਹਿਜੇ ਜਾਗੈ, ਸਹਿਜੇ ਸੋਵੈ, ਗੁਰਮੁਖ ਅਨ ਦਿਨ ਉਸਤਤ ਹੋਵੇ। ਸਹਿਜ ਵਾਸਤੇ ਹੁੰਦੀ ਹੈ ਨਾ। ਇੱਕ ਵਿਦਵਾਨ ਦੀ ਮੈਂ ਪੁਸਤਕ ਪੜ੍ਹੀ, ਬੜੀ ਸੋਹਣੀ ਸੀ। ਉਹਦੇ ਵਿੱਚ ਲਿਖਿਆ, ਕਹਿੰਦੇ ਰੱਬਾ ਸ਼ੁਕਰ ਆ, ਸ਼ੁਕਰ ਆ ਤੇਰਾ, ਤੂੰ ਰਾਤ ਬਣਾਤੀ। ਕਿਉਂ ਜੀ? ਕਹਿੰਦੇ ਬੰਦਾ ਇੰਨਾ ਲਾਲਚੀ ਹੈ, ਇਹਨੇ ਕੰਮ ਕਰਦੇ ਨੇ ਮਰ ਜਿਆ ਕਰਨਾ ਸੀ। ਸ਼ੁਕਰ ਆ ਤੇਰਾ, ਤੂੰ ਰਾਤ ਬਣਾਤੀ। ਇਹ ਨਹੀਂ ਟਿਕ ਸਕਦਾ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੇ ਬੋਲੇ, ਦੌੜਿਓ ਫਿਰਤ ਹੈ। ਦਿਵਸ ਰਾਤ ਦੋਏ ਦਾਈ ਦਾਇਆ। ਰਾਤ ਕੀ ਆ? ਦਾਈ ਤੇ ਦਾਏ ਦੇ ਵਾਂਗ ਆ। ਨਿੱਤੀ ਆਪਾਂ ਪੜ੍ਹਦੇ ਹਾਂ। ਦਾਈ ਦਾ ਕੰਮ ਕੀ ਹੁੰਦਾ? ਬੱਚੇ ਨੂੰ ਨਹਾਉਣਾ, ਬਾਅਦ ਵਿੱਚ ਬੱਚੇ ਨੂੰ ਸੌਣਾ। ਦਿਨ ਤੇ ਰਾਤ ਜਿਹੜੇ ਨੇ, ਜਿਵੇਂ ਦਾਇਆ ਜਿਹੜਾ ਖਿਡਾਉਂਦਾ ਹੈ ਬੱਚੇ ਨੂੰ, ਉਹ ਦਿਨੇ ਆਪਾਂ ਭੱਜੇ ਫਿਰਦੇ ਹਾਂ, ਰਾਤ ਨੂੰ ਦਾਈ ਆ ਜਿਹੜੀ ਸਵਾ ਦਿੰਦੀ ਆ। ਕਹਿੰਦੇ ਸ਼ੁਕਰ ਆ ਪਰਮਾਤਮਾ ਤੇਰਾ, ਬੰਦਾ ਇੰਨਾ ਬਦਬਖਤ ਹੈ, ਸ਼ੁਕਰ ਆ ਤੇਰਾ, ਤੂੰ ਰਾਤ ਬਣਾਈ, ਸ਼ੁਕਰ ਆ। ਨਹੀਂ ਇਹਨੇ ਇੰਨਾ, ਇਹ ਲੋਭੀ ਹੈ, ਇਹਨੇ ਕੰਮ ਕਰਦੇ ਨੇ ਮਰ ਜਾਣਾ ਸੀ, ਆਰਾਮ ਨਹੀਂ ਸੀ ਕਰਨਾ। ਕਹਿਣ ਦਾ ਭਾਵ ਇਹ ਹੈ, ਰਾਤ ਮਿਲੀ ਆ ਬੰਦੇ ਨੂੰ ਸੌਣ ਵਾਸਤੇ। ਸਾਡਾ ਸੌਣਾ ਸਹਿਜ ਨਹੀਂ, ਸਾਡਾ ਜਾਗਣਾ ਸਹਿਜ ਨਹੀਂ। ਤਿੰਨ ਗੱਲਾਂ ਨੇ, ਜੇ ਗੁਰੂ ਸਾਹਿਬ ਜੀ ਕਹਿੰਦੇ ਇਹਨੂੰ ਤੁਸੀਂ ਪੱਲੇ ਬੰਨੋਗੇ ਨਾ ਤੇ ਜ਼ਿੰਦਗੀ ਸੋਹਣੀ ਬਣ ਜੂਗੀ। ਸਹਿਜੇ ਜਾਗਣ, ਸਹਿਜੇ ਸੋਵੈ, ਗੁਰਮੁਖ ਅਨਦਿਨ ਉਸਤਤ ਹੋਵੇ। ਇੱਕ ਹੁੰਦੀ ਆ ਚੀਜ਼ ਬਣਾਵਟੀ, ਇੱਕ ਹੁੰਦੀ ਆ ਚੀਜ਼ ਕੁਦਰਤੀ। ਬੰਦੇ ਦੀ ਜਿਹੜੀ ਨੀਂਦ ਆ ਨਾ, ਇਹ ਅੱਜ ਕੁਦਰਤੀ ਨਹੀਂ ਰਹੀ, ਕਿਰਤਮ ਹੋ ਚੁੱਕੀ ਆ, ਬਨਾਵਟੀ ਹੋ ਚੁੱਕੀ ਆ। ਇੱਕ ਵਾਰੀ ਅਕਬਰ ਤੋਂ ਰਾਜੇ ਕੋਲ ਕੋਈ ਪਾਸ ਆਇਆ, ਸਵਾਲ ਪੁੱਛਿਆ ਕਦੋਂ ਸੌਣਾ ਚਾਹੀਦਾ ਤੇ ਕਦੋਂ ਜਾਗਣਾ ਚਾਹੀਦਾ। ਉਹਨੇ ਬੀਰਬਲ ਤੋਂ ਪੁੱਛਿਆ ਵੀ ਸਭ ਤੋਂ ਜ਼ਿਆਦਾ ਸਿਆਣਾ ਇਹੀ ਆ ਸਾਡੇ ਦਰਬਾਰ 'ਚ, ਦੱਸੇਗਾ ਵੀ ਦੱਸ ਵੀ ਬੀਰਬਲ ਕਦੋਂ ਸੌਣਾ ਚਾਹੀਦਾ ਤੇ ਕਦੋਂ ਜਾਗਣਾ ਚਾਹੀਦਾ। ਉਹਨੇ ਆਖਿਆ ਸੀ ਮੇਰੇ ਹਿਸਾਬ ਦੇ ਨਾਲ ਤਾਂ ਜਦੋਂ ਪੰਛੀ ਨਹੀਂ ਸੌ ਜਾਂਦੇ ਉਦੋਂ ਸੌ ਜਾਣਾ ਚਾਹੀਦਾ। ਉਹ ਵਾਹਿਗੁਰੂ ਦੀ ਦੱਸੀ ਮਰਿਆਦਾ ਅਨੁਸਾਰ ਕਰਦੇ ਨੇ, ਆਲਣਿਆਂ ਵਿੱਚ ਚਲੇ ਜਾਂਦੇ ਨੇ, ਉਦੋਂ ਸੌ ਜਾਣਾ ਚਾਹੀਦਾ। ਚਲੋ ਅੱਧਾ ਘੰਟਾ ਇੱਧਰ ਉੱਧਰ ਹੋ ਸਕਦਾ, ਪਰ ਜ਼ਿਆਦਾ ਨਹੀਂ। ਜਦੋਂ ਉਹ ਜਾਗਦੇ ਨੇ ਉਦੋਂ ਜਾਗ ਜਾਣਾ ਚਾਹੀਦਾ। ਸਹਿਜੇ ਜਾਗੈ, ਸਹਿਜੇ ਸੋਵੈ, ਗੁਰਮੁਖ ਅਨ ਦਿਨ ਉਸਤਤ ਹੋਵੇ। ਜੇ ਆਪਾਂ ਪਵਾਂਗੇ ਰਾਤ ਨੂੰ 11 ਵਜੇ ਤਾਂ ਸਵੇਰੇ ਉੱਠਿਆ ਨਹੀਂ ਜਾਣਾ। ਇਹ ਤਾਂ ਆਮ ਨੋਰਮਲ ਗੱਲ ਹੀ ਹੈ, ਸਭ ਨੂੰ ਪਤਾ। ਜੇ ਆਪਾਂ 11 ਵਜੇ ਪਵਾਂਗੇ ਤੇ ਸਵੇਰੇ ਕਹੀਏ ਵੀ 4 ਵਜੇ ਉੱਠ ਖੜੀਏ, ਉੱਠਿਆ ਨਹੀਂ ਜਾਣਾ। ਜੇ ਜਾਗਾਂਗੇ ਨਾ ਤਾਂ ਧੱਕਾ ਹੋਵੇਗਾ ਸਰੀਰ ਨਾਲ, ਕੋਈ ਰੋਗ ਲੱਗ ਜਾਏਗਾ। ਸਹਿਜੇ ਜਾਗੈ,
ਸਹਿਜੇ ਸੋਵੈ, ਗੁਰਮੁਖ ਅਣਦਿਨ ਉਸਤਤ ਹੋਵੇ। ਦਿਨ ਦੇ ਵਿੱਚ 4 ਪਹਿਰ ਹੁੰਦੇ ਨੇ। ਜਿਹੜਾ ਪਹਿਲਾ ਪਹਿਰਾ 6 ਵਜੇ ਤੋਂ ਲੈ ਕੇ 9 ਵਜੇ ਤੱਕ ਹੁੰਦਾ। ਚਲੋ ਜਿਵੇਂ 10 ਵਜੇ ਤੱਕ ਤਕਰੀਬਨ ਬੰਦੇ ਨੂੰ ਆਰਾਮ ਕਰ ਲੈਣਾ ਚਾਹੀਦਾ। 9:30 ਤੋਂ 10 ਵਜੇ ਤੱਕ ਉਹਨੂੰ ਸੌਂ ਜਾਣਾ ਚਾਹੀਦਾ ਹੈ। ਇਹ ਨਹੀਂ ਕਿ ਆਪਾਂ 11 ਵਜੇ ਤੱਕ ਜਾਗੇ। ਅਤੇ ਫਿਰ ਡਾਕਟਰ ਵੀ ਕਹਿੰਦੇ ਨੇ ਜਿਹੜੇ ਰਾਤ ਨੂੰ ਲੇਟ ਸੌਂਦੇ ਨੇ ਅਤੇ ਸਵੇਰੇ ਦੇਰ ਨਾਲ ਜਾਗਦੇ ਨੇ, ਇੱਕ ਬਿਮਾਰੀ ਵੱਧ ਲੱਗੇਗੀ, ਇੱਕ ਤੁਹਾਡੇ ਕੰਮ ਲੇਟ ਹੋਣਗੇ। ਜਿਹੜਾ 10 ਵਜੇ ਉੱਠਦਾ ਉਹਦੇ ਕੰਮ ਤਾਂ 10 ਵਜੇ ਸ਼ੁਰੂ ਹੋਣੇ ਆ। ਜਿਹੜਾ 4 ਵਜੇ ਉੱਠਦਾ ਉਹਦੇ ਕੰਮ 10 ਵਜੇ ਨੂੰ ਅੱਧੇ ਨਿਬੜ ਜਾਣੇ ਆ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਉਦਮ ਕਰੇਂਦਿਆਂ ਜਿਉ ਤੂੰ ਕਮਾਵਦਿਆਂ ਸੁਖ ਭੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਬਿਲਕੁਲ ਅੰਮ੍ਰਿਤ ਵੇਲਾ ਇਹੋ ਜਿਹੀ ਦਾਤ ਆ, ਸਾਰੀ ਜ਼ਿੰਦਗੀ ਤੁਹਾਨੂੰ ਦੂਜਿਆਂ ਤੋਂ ਅੱਗੇ ਰੱਖੇਗਾ। ਸਾਰੀ ਜ਼ਿੰਦਗੀ ਉੱਠਣ ਦੇ, ਸਵੇਰੇ ਅੰਮ੍ਰਿਤ ਵੇਲੇ ਜਾਗਣ ਦੇ ਇੰਨੇ ਫਾਇਦੇ ਨੇ। ਤੁਸੀਂ ਬਹੁਤ ਵਾਰੀ ਸੁਣਿਆ ਹੋਣਾ, ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ। ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਵਰੇ ਨਾਮ ਜਪਾਵੇ। ਜਿਹੜਾ ਆਪ ਵੀ ਜਪਦਾ, ਜਿਹੜਾ ਦੂਜਿਆਂ ਨੂੰ ਜਪਾਉਂਦਾ, ਉਹਦੇ ਲਾਭ ਹੀ ਲਾਭ ਨੇ। ਤੁਸੀਂ ਸੰਗਤ ਵਿੱਚ ਆਉਂਦੇ ਹੋ ਅਤੇ ਕਿਸੇ ਨੂੰ ਤੋੜ ਦਿੱਤਾ ਗੁਰੂ ਨਾਲੋਂ, ਕੋਈ ਹੰਕਾਰ ਕਰਕੇ, ਕੋਈ ਮਾਣ ਕਰਕੇ, ਇਦੋਂ ਵੱਡਾ ਗੁਨਾਹ ਕੋਈ ਨਹੀਂ। ਤੁਸੀਂ ਕਿਸੇ ਨੂੰ ਸੰਗਤ ਵਿੱਚ ਲੈ ਕੇ ਆਉਂਦੇ ਹੋ, ਚਾਹੇ ਤੁਹਾਡਾ ਪੁੱਤਰ ਹੀ ਆ, ਚਾਹੇ ਤੁਹਾਡੇ ਬੱਚੇ ਹੀ ਨੇ, ਇਦੋਂ ਵੱਡਾ ਪੁੰਨ ਕੋਈ ਨਹੀਂ। ਜੈਸੇ ਸਤ ਮੰਦਰ ਕੇ ਕੰਚਨ ਕੇ ਉਹ ਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਭਾਈ ਗੁਰਦਾਸ ਜੀ ਕਹਿੰਦੇ, ਜੇ ਆਪਾਂ ਕਿਸੇ ਨੂੰ ਨਾ ਇੱਕ ਅੱਖਰ ਬਾਣੀ ਦਾ ਸਿਖਾ ਦਈਏ, ਪੜ੍ਹਾ ਦਈਏ, ਜਿਵੇਂ 100 ਮੰਦਰ ਸੋਨੇ ਦੇ ਉਸਾਰ ਕੇ ਆਪਾਂ ਦਾਨ ਕਰ ਦਈਏ, ਇੰਨਾ ਫਲ। ਪੰਜ ਵਾਰ ਗੰਗ ਜਾਏ, ਵਾਰ ਪੰਚ ਪ੍ਰਾਗ ਨਹਾਏ, ਤੈਸਾ ਪੁੰਨ ਏਕ ਗੁਰ ਸਿੱਖ ਕੋ ਜੀਵਾਏਗਾ। ਸਿੱਖ ਕੋ ਪਲਾਏ ਪਾਨੀ, ਭਾਉ ਕਰ ਕੁਰ ਖੇਤ, ਅਸਮੇਧ ਜਗ ਫਲ, ਸਿੱਖ ਕੋ ਜੀਵਾਏਗਾ। ਜੇ ਆਪਾਂ ਕਿਸੇ ਨੂੰ ਪ੍ਰਸ਼ਾਦਾ ਛਕਾਉਂਦੇ ਆ ਪਿਆਰ ਦੇ ਨਾਲ, ਮੰਨ ਲਓ ਤੁਸੀਂ ਕੁਰੂਕਸ਼ੇਤਰ ਵਿੱਚ ਇੱਕ ਵੱਡਾ ਤੀਰਥ ਆ, ਮੰਨ ਲਓ ਤੁਸੀਂ ਉੱਥੇ ਜਾ ਆਏ, ਹੁਣ ਤੁਹਾਨੂੰ ਜਾਣ ਦੀ ਲੋੜ ਨਹੀਂ। ਇੱਕ ਕੁੱਤੇ ਦੇ ਪੈ ਗਏ ਕੀੜੇ, ਕੋਈ ਉਸ ਵੱਲ ਨਾ ਤੱਕੇ, ਰੱਬ ਦੇ ਜੀ ਤੋਂ ਨਫ਼ਰਤ ਕਰਦੇ ਭੈੜੇ ਲੋਕ ਕਪੱਤੇ। ਇੱਕ ਹਾਜੀ ਚੱਲਿਆ ਹੱਜ ਕਰਨ ਲਈ, ਚੱਕ ਕੁੱਤੇ ਨੂੰ ਗਲ ਨਾਲ ਲਾਇਆ, ਲੋਕ ਰਹਿ ਗਏ ਹੱਕੇ ਬੱਕੇ। ਖੁਦਾ ਦੀ ਆਵਾਜ਼ ਆਈ, ਕਹਿੰਦੇ ਹੁਣ ਤੈਨੂੰ ਹੱਜ ਕਰਨ ਜਾਣ ਦੀ ਲੋੜ ਨਹੀਂ, ਤੇਰਾ ਹੱਜ ਪੂਰਾ ਹੋ ਗਿਆ, ਹੁਣ ਤੈਨੂੰ ਜਾਣ ਦੀ ਨਹੀਂ ਲੋੜ ਮੱਕੇ, ਹੁਣ ਤੈਨੂੰ ਮੱਕੇ ਜਾਣ ਦੀ ਲੋੜ ਨਹੀਂ। ਤੂੰ ਇੱਕ ਰੱਬ ਦੇ ਜੀ ਨੂੰ ਆਪਦੇ ਗਲ ਨਾਲ ਲਾ ਲਿਆ, ਹੁਣ ਮੱਕਾ ਤੇਰੇ ਕੋਲ ਚੱਲ ਕੇ ਆਇਆ, ਹੁਣ ਤੈਨੂੰ ਲੋੜ ਨਹੀਂ ਜਾਣ ਦੀ ਮੱਕੇ, ਹਾਜੀ ਤੇਰਾ ਹੱਜ ਪੂਰਾ ਹੋਇਆ। ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੋੜ ਕੇ ਸ਼ੀਸ਼ ਮਹੱਲ ਚੱਲਿਆ, ਕੋਈ ਪਲਿਆ ਨਾਜ ਤੇ ਨਖਰਿਆਂ ਵਿੱਚ, ਕੋਈ ਗਰਮ ਰੇਤ ਤੇ ਥਲ ਚੱਲਿਆ। ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ। ਗੁਲਾਮ ਫਰੀਦਾ ਇੱਥੇ ਸਭ ਮੁਸਾਫਰ ਨਹੀਂ, ਕੋਈ ਅੱਜ ਚੱਲਿਆ ਕੋਈ ਕੱਲ੍ਹ ਚੱਲਿਆ। ਕਿਸੇ ਨੂੰ ਤਾਂ ਮਕਸਦ ਯਾਦ ਆ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਕਿਸੇ ਨੂੰ ਤਾਂ ਮਕਸਦ ਯਾਦ ਆ ਵੀ ਆਪਾਂ ਕੀ ਕਰਨ ਆਏ ਸੀ, ਕੀ ਕਰਨਾ ਤੇ ਕੀ ਕਰਕੇ ਜਾਣਾ। ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਭੁੱਲ ਹੀ ਗਿਆ ਵੀ ਕੀ ਕਰਨ ਆਏ ਸੀ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁਨ ਜਾਹੇ,
ਜਿਨੀ ਸਤਿਗੁਰ ਨਾ ਸੇਵਿਓ ਸੇ ਆਏ ਗਏ ਪਛਤਾਹੇ। ਅੱਗੇ ਪਾਤਸ਼ਾਹ ਜੀ ਬੜੀ ਸੋਹਣੀ ਗੱਲ ਕਰਦੇ ਨੇ, ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ। ਦੋ ਤਰੀਕੇ ਨਾਲ ਕੰਮ ਹੋ ਸਕਦੇ ਨੇ। ਇੱਕ ਤਾਂ ਜਾਂ ਤੁਸੀਂ ਉਹ ਕੰਮ ਕਰੋ ਜਿਹਦੇ ਨਾਲ ਤੁਹਾਡਾ ਭਲਾ ਹੋਵੇ। ਇਹਨਾਂ ਦੀ ਗਿਣਤੀ ਬਹੁਤ ਆ। ਇਹਨੂੰ ਸਿਰਫ ਸਵਾਰਥ ਕਹਿੰਦੇ ਨੇ, ਵੀ ਮੈਂ ਉਹ ਕੰਮ ਕਰ ਰਿਹਾ ਸਿਰਫ ਮੇਰਾ ਹੀ ਭਲਾ ਹੋਵੇ, ਜਿਹ 'ਚ ਮੇਰਾ ਹੀ ਭਲਾ, ਮੈਨੂੰ ਦੂਜੇ ਦੀ ਕੋਈ ਪਰਵਾਹ ਨਹੀਂ, ਦੂਜਾ ਕੀ ਕਰਦਾ ਇਹਦੇ ਨਾਲ ਮੈਨੂੰ ਕੋਈ ਮਤਲਬ ਨਹੀਂ। ਇੱਕ ਇਹ ਹੁੰਦੇ ਆ। ਇੱਕ ਹੁੰਦਾ ਉਹ ਕੰਮ ਕਰਨਾ ਜਿਹਦੇ ਨਾਲ ਆਪਦਾ ਵੀ ਭਲਾ, ਦੁਨੀਆ ਦਾ ਵੀ ਭਲਾ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਜਿਵੇਂ ਭਗਤ ਪੂਰਨ ਸਿੰਘ ਜੀ ਹੋਏ ਨੇ, ਤੇ ਉਹਨਾਂ ਨੇ ਕਿੰਨੀ ਸੇਵਾ ਕੀਤੀ। ਭਗਤ ਵੀ, ਪੂਰਨ ਵੀ, ਸਿੰਘ ਵੀ। ਭਗਤ ਵੀ ਸਨ, ਪੂਰਨ ਵੀ ਸਨ, ਸਿੰਘ ਵੀ ਸਨ। ਪੂਰੇ ਵੀ ਸੀ, ਭਗਤ ਵੀ ਸੀ, ਕਲਗੀਧਰ ਜੀ ਦੇ ਸਿੰਘ ਵੀ ਸੀ। ਪਿੰਗਲਵਾੜੇ ਦੇ ਵਿੱਚ ਉਹਨਾਂ ਨੇ ਬੜੀ ਸੇਵਾ ਕੀਤੀ। ਉਹ ਇੱਕ ਪਰਉਪਕਾਰ ਸੀ। ਉਹਨਾਂ ਨੇ ਆਪਦਾ ਨਹੀਂ ਵੇਖਿਆ ਵੀ ਮੈਨੂੰ ਕੋਈ ਰੋਗ ਨਾ ਲੱਗ ਜਾਵੇ, ਇੱਦਾਂ ਨਹੀਂ ਕੀਤਾ। ਉਹਨਾਂ ਨੇ ਦੂਜਿਆਂ ਦੀ ਸਾਂਭ ਸੰਭਾਲ ਕੀਤੀ। ਰੱਬ ਦੇ ਜੀਆਂ ਨੂੰ ਜਿਹੜੇ ਚੱਲ ਨਹੀਂ ਸੀ ਸਕਦੇ, ਮੋਢਿਆਂ 'ਤੇ ਚੱਕ ਚੱਕ ਕੇ ਉਹਨਾਂ ਨੇ, ਤੇ ਉਹਨਾਂ ਦੀ ਗੰਦਗੀ ਵੀ ਸਾਫ਼ ਕਰਦੇ ਰਹੇ। ਤੇ ਇੱਕ ਉਹਨਾਂ ਦੇ ਕੋਲ ਲੋਟਾ ਹੁੰਦਾ ਸੀ। ਜਦੋਂ ਉਹਨਾਂ ਦੀ ਪਹਿਲਾਂ ਵਾਲੀ ਅਵਸਥਾ, ਤੁਰੇ ਜਾਣਾ, ਜੇ ਰਸਤੇ ਦੇ ਵਿੱਚ ਕੋਈ ਤਿੱਖੀ ਨੁਕੀਲੀ ਚੀਜ਼ ਪਈ ਹੈ ਨਾ, ਤੇ ਚੱਕ ਕੇ ਉਹਨਾਂ ਨੇ ਆਪਦੇ ਲੋਟੇ 'ਚ ਰੱਖ ਲੈਣੀ। ਇੱਕ ਸਰਬਲੋ ਦਾ ਵਾਟਾ ਹੁੰਦਾ ਸੀ। ਕੋਈ ਮੇਖ ਪਈ ਆ ਉਹ ਵੀ ਚੱਕ ਕੇ ਰੱਖ ਦੇਣੀ। ਕੀ ਸੀ ਮਕਸਦ? ਕਿਸੇ ਦੇ ਪੈਰਾਂ ਵਿੱਚ ਨਾ ਲੱਗ ਜੇ। ਇੰਨਾ ਪਿਆਰ ਕਰਦੇ ਸੀ ਉਹ। ਉਹਨਾਂ ਦੀ ਗੱਲ ਹੋ ਗਈ। ਪਾਤਸ਼ਾਹ ਜੀ ਕਹਿੰਦੇ ਦੇਖੋ, ਤੁਸੀਂ ਇਹੋ ਜਿਹੇ ਕੰਮ ਕਰੋ ਜਿਹਦੇ ਨਾਲ ਜਾਂ ਤਾਂ ਤੁਹਾਨੂੰ ਲਾਭ ਹੋਵੇ ਜਾਂ ਸਾਹਮਣੇ ਵਾਲੇ ਨੂੰ ਕੋਈ ਲਾਭ ਹੋਵੇ। ਉਹ ਕੰਮ ਨਾ ਕਰਿਓ ਜਿਹਦੇ ਨਾਲ ਤੁਹਾਨੂੰ ਵੀ ਕੋਈ ਲਾਭ ਨਹੀਂ ਹੈਗਾ ਤੇ ਸਾਹਮਣੇ ਵਾਲੇ ਦਾ ਕੋਈ ਪਰਉਪਕਾਰ ਵੀ ਨਹੀਂ ਹੈਗਾ। ਇਹੋ ਜਿਹਾ ਕੰਮ ਨਾ ਕਰ ਬੈਠਿਓ। ਆਪਾਂ ਰੋਜ਼ ਪੜ੍ਹਦੇ ਹਾਂ, ਐਸਾ ਕਾਮ ਮੂਲੇ ਨਾ ਕੀਚੈ ਜਿਤ ਅੰਤ ਪਛੁਤਾਈ ਹੈ। ਐਸਾ ਕੰਮ ਭੁੱਲ ਕੇ ਨਾ ਕਰੀ ਕਦੇ, ਜਿਹਦੇ ਕਰਕੇ ਤੈਨੂੰ ਪਛਤਾਉਣਾ ਪੈ ਜੇ। ਉਹ ਕਿਹੜੇ ਕਿਹੜੇ ਕਰਮ ਨੇ ਹੁਣ ਆਪਾਂ ਗਿਣਦੇ ਹਾਂ। ਦੇਖੋ, ਗੁੱਸਾ ਕਰਨਾ, ਇਹਦੇ ਨਾਲ ਤੁਹਾਨੂੰ ਕੋਈ ਲਾਭ ਨਹੀਂ। ਤੁਹਾਡੀ ਸਿਹਤ ਖਰਾਬ ਹੋਣੀ ਆ। ਸਾਹਮਣੇ ਵਾਲੇ ਤੇ ਗੁੱਸਾ ਕਰੋਗੇ, ਉਹਦਾ ਮਨ ਖਰਾਬ ਹੋਣਾ। ਨਾ ਤੁਹਾਨੂੰ ਕੋਈ ਲਾਭ, ਨਾ ਸਾਹਮਣੇ ਵਾਲੇ ਨੂੰ ਕੋਈ ਲਾਭ। ਫਿਰ ਵੀ ਬੰਦੇ ਕਰਦੇ ਨੇ ਨਾ, ਆਪਾਂ ਕਰਦੇ ਹਾਂ। ਮਹਾਰਾਜ ਕਹਿੰਦੇ ਬੱਧਾ ਚੱਟੀ ਆ ਇਹ। ਨਾ ਇਹਦੇ ਵਿੱਚ ਕੋਈ ਗੁਣ, ਨਾ ਕੋਈ ਉਪਕਾਰ। ਗੁੱਸਾ ਕਰਨ 'ਚ ਕਿਹੜਾ ਗੁਣ ਆ? ਔਗਣ ਆ ਗੁੱਸਾ ਕਰਨਾ। ਤੇ ਫਿਰ ਨਾ ਇਹ 'ਚ ਕੋਈ ਪਰਉਪਕਾਰ ਆ। ਇਹ ਤਾਂ ਉਹ ਚੀਜ਼ ਆ, ਤੁਸੀਂ ਬਲਦਾ ਹੋਇਆ ਕੋਲਾ ਆਪਦੇ ਹੱਥਾਂ 'ਤੇ ਰੱਖਿਆ, ਆਪਦਾ ਪਹਿਲਾਂ ਆਪ ਸਾੜਿਆ, ਫਿਰ ਸਾਹਮਣੇ ਵਾਲੇ 'ਤੇ ਸਿੱਟਦਾ। ਇਹ ਕੋਈ ਗੱਲ ਥੋੜ੍ਹਾ ਹੋਈ। ਇਹ 'ਚ ਗੁਣ ਵੀ ਨਹੀਂ ਕੋਈ ਤੇ ਪਰਉਪਕਾਰ ਵੀ ਨਹੀਂ। ਜਿੰਨੀਆਂ ਬਿਮਾਰੀਆਂ ਗੁੱਸਾ ਕਰਨ ਨਾਲ ਲੱਗਦੀਆਂ ਨੇ, ਇਹਨਾਂ ਖਾਣ ਪੀਣ ਨਾਲ ਨਹੀਂ ਲੱਗਦੀਆਂ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲੈ। ਪਹਿਲਾਂ ਬਲਦਾ ਹੋਇਆ ਕੋਲਾ ਆਪਦੇ ਹੱਥ 'ਤੇ ਰੱਖਿਆ, ਆਪ ਸੜੇ, ਫਿਰ ਸਾਹਮਣੇ ਨੂੰ ਸਿੱਟਤਾ ਵੀ ਹੁਣ ਤੂੰ ਵੀ ਚੱਕ, ਤੈਨੂੰ ਵੀ ਸਾੜ ਦਾਂਗੇ। ਇੱਦਾਂ ਹੁੰਦਾ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਉਹ ਕੰਮ ਨਾ ਕਰੋ ਜਿਹਦੇ ਵਿੱਚ ਕੋਈ ਗੁਣ ਨਹੀਂ, ਜਿਹਦੇ ਵਿੱਚ ਕੋਈ ਪਰਉਪਕਾਰ ਨਹੀਂ। ਇੱਦਾਂ ਹੀ ਚਿੰਤਾ ਵਾ। ਚਿੰਤਾ ਕਰਨ ਦੇ ਵਿੱਚ ਵੀ ਕੋਈ ਗੁਣ ਨਹੀਂ ਹੈਗਾ। ਚਿੰਤਾ ਕਰਨ ਦੇ ਨਾਲ ਸਿਹਤ ਖਰਾਬ ਹੁੰਦੀ ਆ। ਬੰਦਾ ਸਟਰੈਸ 'ਚ ਚਲਿਆ ਜਾਂਦਾ, ਡਿਪਰੈਸ਼ਨ 'ਚ ਚਲਿਆ ਜਾਂਦਾ। ਇਹ 'ਚ ਕੋਈ ਗੁਣ ਨਹੀਂ। ਬੰਦੇ ਤਾਂ ਵੀ ਕਰਦੇ ਨੇ, ਆਪਾਂ ਤਾਂ ਵੀ ਕਰਦੇ ਹਾਂ। ਨਾ ਕੋਈ ਇਹ 'ਚ ਪਰਉਪਕਾਰ ਆ। ਸਗੋਂ ਮਾਂ ਪਿਓ ਦੇਖ ਦੇਖ ਕੇ ਹੋਰ ਚਿੰਤਾ 'ਚ ਹੋ ਜਾਂਦੇ ਨੇ। ਸਾਡੇ ਬੱਚੇ ਚਿੰਤਾ 'ਚ ਨੇ। ਨਾਨਕ ਚਿੰਤਾ ਮਤ ਕਰੋ। ਇਹ ਵੀ ਬੱਧਾ ਚੱਟੀ ਹੋ ਗਈ। ਇਹ 'ਚ ਨਾ ਗੁਣਾ ਨਾ ਪਰਉਪਕਾਰ ਆ। ਫਿਰ ਅੱਗੇ ਨਾ ਕਰ ਆਸ ਮੀਤ ਸੁੱਤ ਪਾਈ।
ना कर आस किसै सा व्यवहार की पराई। आपन हथी अपना आपे ही काज सवारी है। किसे ते आस ना रख, किसे बेगाने ते आस ना रख। ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਤਿੰਨ ਗੱਲਾਂ ਕਹੀਆਂ ਸਨ। ਕਹਿੰਦੇ ਮੂਰਖਤਾ ਦੇ ਤਿੰਨ ਲੱਛਣ ਨੇ। ਬੇਅਰਥ ਬੋਲਣਾ, ਬੇਅਰਥ ਬੋਲਣਾ ਜਿਹਦਾ ਕੋਈ ਨਾ ਆਪ ਨੂੰ ਲਾਭ ਨਾ ਸੁਣਨ ਵਾਲੇ ਨੂੰ ਲਾਭ। ਫਿੱਕਾ ਬੋਲਣਾ, ਵੀ ਜਦੋਂ ਬੋਲਣਾ ਮਿੱਠਾ ਨਹੀਂ ਬੋਲਣਾ, ਫਿੱਕਾ ਹੀ ਬੋਲਣਾ। ਮੂਰਖਤਾ ਦੇ ਤਿੰਨ ਲੱਛਣ ਨੇ। ਬੇਅਰਥ ਬੋਲਣਾ ਜਿਹਦਾ ਕੋਈ ਮਤਲਬ ਹੀ ਨਹੀਂ, ਬੱਧਾ ਚੱਟੀ ਹੋ ਗਈ, ਨਾ ਤੁਹਾਨੂੰ ਲਾਭ ਨਾ ਸਾਹਮਣੇ ਵਾਲੇ ਨੂੰ ਲਾਭ। ਜੇ ਕੋਈ ਕੰਮ ਦੀ ਗੱਲ ਆ ਤਾਂ ਠੀਕ ਆ, ਜੇ ਐਵੇਂ ਬੋਲੀ ਜਾਣਾ ਇਹ ਮੂਰਖਤਾ ਦੇ ਲੱਛਣ ਨੇ। ਫਿੱਕਾ ਬੋਲਣਾ ਦੂਜਾ ਲੱਛਣ। ਤੀਜਾ ਲੱਛਣ ਵਿਅਰਥ ਕਿਸੇ ਤੇ ਆਸਾ ਰੱਖਣੀ। ਆਸ ਨਹੀਂ ਲਾਈ ਫਿਰਦੇ ਹੁੰਦੇ, ਫਲਾਣੇ ਬੰਦੇ ਨੇ ਮੈਨੂੰ ਕਿਹਾ ਉਹ ਮੇਰੇ ਵਾਸਤੇ ਆਹ ਕਰੂਗਾ, ਹਾਲਾਂਕਿ ਉਹ ਕਰ ਦੇਵੇ ਚਾਹੇ ਨਾ ਕਰ ਦੇਵੇ, ਪਰ ਤੁਸੀਂ ਆਸ ਨਾ ਰੱਖੋ। ਜਦੋਂ ਤੁਸੀਂ ਆਸ ਰੱਖ ਲੈਂਦੇ ਹੋ ਤੁਸੀਂ ਇੱਕ ਬੰਦਸ਼ਾਂ ਵਿੱਚ ਬੰਨ੍ਹ ਜਾਂਦੇ ਹੋ। ਮਸਕੀਨ ਸਾਹਿਬ ਜੀ ਕਹਿੰਦੇ ਫਿਰ ਤੁਸੀਂ ਅੱਗੇ ਨਹੀਂ ਜ਼ਿੰਦਗੀ ਵਿੱਚ ਵੱਧ ਸਕਦੇ। ਅਤੇ ਜਦੋਂ ਆਸ ਟੁੱਟਣੀ ਆ, ਉਮੀਦ ਟੁੱਟਣੀ ਆ, ਉਦੋਂ ਉਹ ਨਹੀਂ ਟੁੱਟਣੀ, ਤੁਸੀਂ ਟੁੱਟਣਾ। ਇਹ ਬੰਦੇ ਦੇ ਦੁੱਖ ਨੇ। ਵਿਅਰਥ ਬੋਲਣਾ, ਫਿੱਕਾ ਬੋਲਣਾ, ਆਸ ਰੱਖਣੀ ਕਿਸੇ ਤੇ, ਇਹ ਬੱਧਾ ਚੱਟੀ ਆ। ਇਹ ਭੁੱਲ ਕੇ ਨਾ ਕਰੋ। ਗੁੱਸਾ ਕਰਨਾ, ਚਿੰਤਾ ਕਰਨੀ, ਇਹ ਬੱਧਾ ਚੱਟੀ ਆ। ਨਾ ਇਹ 'ਚ ਗੁਣ ਨਾ ਉਪਕਾਰ, ਇਹ ਨਾ ਕਰੋ। ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ। ਫਿਰ ਜਿਹੜਾ ਕੰਮ ਕਰਨਾ ਉਹਨੂੰ ਖੁਸ਼ੀ ਖੁਸ਼ੀ ਕਰੋ। ਇਹ ਪਾਤਸ਼ਾਹ ਜੀ ਕਹਿ ਰਹੇ ਨੇ ਅੱਧੇ ਮਨ ਦੇ ਨਾਲ ਨਾ ਕਰੋ। ਜਿਹੜੇ ਚੰਗੇ ਕੰਮ ਨੇ ਉਹ ਕਰੋ, ਚੰਗੇ ਕੰਮ ਕਰਨ ਲੱਗਿਆਂ ਉਹਨਾਂ ਨੂੰ ਖੁਸ਼ੀ ਨਾ ਕਰੋ। ਅਜੋਕੇ ਸਮੇਂ ਦੇ ਵਿੱਚ ਜਿੰਨੀ ਬਾਣੀ ਪੜ੍ਹੀ ਜਾਂਦੀ ਆ, ਇਹਨੇ ਲਾਈਵ ਟੈਲੀਕਾਸਟ ਨੇ, ਪਾਪ ਕਿਉਂ ਵੱਧ ਰਹੇ ਨੇ? ਕੁਐਸਚਨ ਮਾਰਕ ਆ ਨਾ ਇੱਥੇ। ਬਾਣੀ ਬਹੁਤ ਪੜ੍ਹੀ ਜਾ ਰਹੀ ਆ, ਦਾਨ ਪੁੰਨ ਬਹੁਤ ਹੋ ਰਿਹਾ, ਪਾਪ ਕਿਉਂ ਵੱਧ ਰਿਹਾ? ਉੱਤਰ ਗੁਰਬਾਣੀ ਦਿੰਦੀ ਆ। ਗੁਰਬਾਣੀ ਕਹਿੰਦੀ ਚੰਗਾ ਕੰਮ ਕਰਨਾ ਹੋਵੇ ਉਹ 'ਚ ਮਨ ਨਹੀਂ ਹੁੰਦਾ, ਬੁਰਾ ਕੰਮ ਕਰਨਾ ਹੋਵੇ ਉਹ 'ਚ ਮਨ ਹੁੰਦਾ। ਜਿਹੜੀ ਚੀਜ਼ 'ਚ ਮਨ ਹੁੰਦਾ ਉਹ ਉੱਗਦੀ ਆ, ਉਹ ਦਰਖਤ ਬਣਦੀ ਆ, ਉਹਨੂੰ ਫਲ ਲੱਗਦਾ। ਜਿਹੜੀ ਚੀਜ਼ 'ਚ ਮਨ ਨਹੀਂ ਉਹ ਉੱਗਦੀ ਹੋਈ ਨਹੀਂ, ਉਹ ਅੱਧਾ ਬੀਜ ਹੁੰਦਾ, ਟੁੱਟਿਆ ਹੋਇਆ ਬੀਜ। ਟੁੱਟਿਆ ਬੀਜ ਉੱਗਦਾ ਨਹੀਂ, ਪੂਰਾ ਬੀਜ ਉੱਗਦਾ। ਬੀਜ ਉੱਗਿਆ, ਬੂਟਾ ਬਣਿਆ, ਦਰਖਤ ਬਣਿਆ। ਬੁਰੇ ਕੰਮ ਮਨ ਨਾਲ ਹੋ ਰਹੇ ਨੇ, ਚੰਗੇ ਕੰਮ ਹੋ ਰਹੇ ਨੇ, ਇਹ ਨਹੀਂ ਕਹਿੰਦੇ ਹੋ ਨਹੀਂ ਰਹੇ। ਜੇ ਮਾਰਗ ਪੰਡਤ ਗਏ ਪਾਛੈ ਪਰੀ ਵਿਹੀਰ। ਬਹੁਤ ਹੋ ਰਹੇ ਨੇ, ਬਹੁਤ ਹੋ ਰਹੇ ਨੇ, ਐਸੀ ਗੱਲ ਨਹੀਂ, ਪਰ ਉਹ 'ਚ ਮਨ ਨਹੀਂ ਹੈਗਾ। ਜਿੰਨਾ ਜਦੋਂ ਬਾਣੀ ਪੜ੍ਹਦੇ ਹਾਂ, ਕੀਰਤਨ ਸੁਣਦੇ ਹਾਂ ਜਾਂ ਕਰਦੇ ਹਾਂ, ਓਨਾ ਮਨ ਨਹੀਂ ਹੁੰਦਾ। ਜਦੋਂ ਮੂਵੀ ਵੇਖਦੇ ਹਾਂ ਓਨਾ ਜਿੱਥੇ ਹੁੰਦਾ। ਤੁਸੀਂ ਵੇਖਣਾ ਜਿੰਨਾ ਨਿੰਦਿਆ ਸੁਣਨ 'ਚ ਮਨ ਹੁੰਦਾ, ਪੂਰਾ ਹੁੰਦਾ, ਇਕਾਗਰਤਾ ਹੁੰਦੀ ਆ, ਓਨੀ ਬਾਣੀ ਸੁਣਨ 'ਚ ਕਦੇ ਵੀ ਨਹੀਂ ਹੁੰਦੀ। ਅੱਧੇ ਅੱਧੇ ਮਨ ਦੇ ਨਾਲ ਗੁਰੂ ਵਾਲੀ ਬਾਣੀ ਪੜ੍ਹੋਗੇ, ਇਹ ਫਲੀਭੂਤ ਨਹੀਂ ਹੋਵੇਗੀ। ਇਹ ਕਹਿ ਰਹੇ ਨੇ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਜਦੋਂ ਤੂੰ ਬਾਣੀ ਪੜ੍ਹਨ ਲੱਗ ਗਿਆ ਨਾ ਤਾਂ ਖੁਸ਼ੀ ਨਾਲ ਪੜ੍ਹ। ਕੋਈ ਵੀ ਕੰਮ ਆ ਚੰਗਾ, ਜੇ ਤੂੰ ਦੁਨਿਆਵੀ ਵਿੱਦਿਆ ਵੀ ਪੜ੍ਹਨ ਲੱਗ ਗਿਆ, ਬੱਚੇ ਜਿਵੇਂ ਪੜ੍ਹਦੇ ਨੇ ਸਕੂਲਾਂ ਦੇ ਵਿੱਚ, ਉਹਨੂੰ ਖੁਸ਼ੀ ਨਾਲ ਪੜ੍ਹੋ। ਜਿਹੜੇ ਕੰਮ ਨੂੰ ਹੱਥ ਪਾ ਲਿਆ ਉਹਨੂੰ ਨਿਬੇੜ ਕੇ ਛੱਡੋ, ਇਕਾਗਰਤਾ ਰੱਖੋ ਉਹ 'ਚ ਪੂਰੀ। ਤੇ ਭਾਂਡੇ ਵੀ ਮਾਂਜਦੇ ਹੋ ਘਰੇ, ਪਤਾ ਹੀ ਆ ਵੀ ਮਾਂਜਣੇ ਪੈਣੇ ਆ, ਕੱਪੜੇ ਧੋਣੇ, ਖੁਸ਼ੀ ਖੁਸ਼ੀ ਧੋਵੋ ਉਹਨਾਂ ਨੂੰ, ਅੰਦਰ ਦੁੱਖ ਨਾ ਹੋਵੇ। ਇੱਦਾਂ ਕਰਕੇ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਇੱਦਾਂ ਬੰਦੇ ਦੇ ਕਾਜ ਆ ਜਿਹੜੇ ਸਵਰਦੇ ਨੇ। ਮਨ ਹਟ ਤਿਰਫ ਨਾ ਜਿਪਈ ਜੇ ਬਹੁਤਾ ਘਾਲੇ। ਹੁਣ ਮਨ ਵਾਲੇ ਪਾਸੇ ਗੁਰੂ ਅੰਗਦ ਦੇਵ ਜੀ ਆਏ ਨੇ, ਕਹਿੰਦੇ ਮਨ ਹੱਠ ਦੇ ਨਾਲ ਵਸ ਨਹੀਂ ਆਉਂਦਾ, ਜਿੱਤਿਆ ਨਹੀਂ ਜਾਂਦਾ। ਬਹੁਤ ਤਪ ਕਰ ਲਓ, ਬਹੁਤ ਘਾਲਣਾ ਘਾਲ ਲਓ। ਅੱਗੇ ਜਵਾਬ ਦਿੰਦੇ ਨੇ ਤਰਫ ਜਣੈ ਸਤ ਭਾਉ ਦੇ
ਜਨ ਨਾਨਕ ਸ਼ਬਦ ਵਿਚਾਰੇ। ਕਹਿੰਦੇ ਇਹ ਜਿੱਤਿਆ ਵੀ ਜਾਂਦਾ, ਇਹ ਵਸ 'ਚ ਵੀ ਆ ਜਾਂਦਾ, ਜਨ ਨਾਨਕ ਸ਼ਬਦ ਵਿਚਾਰੇ। ਜਦੋਂ ਆਪਾਂ ਗੁਰਸਿੱਖਾਂ ਦੇ ਕੋਲ ਬਹਿ ਕੇ ਸ਼ਬਦ ਨੂੰ ਵਿਚਾਰ ਕਰਦੇ ਹਾਂ, ਇੱਕ ਚੀਜ਼ ਨੂੰ ਲੈ ਲੈਂਦੇ ਹਾਂ, ਉਹਨੂੰ ਐਨਾਲਾਈਜ਼ ਕਰੀ ਜਾਂਦੇ ਹਾਂ ਵੀ ਇਹ ਕਿਉਂ ਆ। ਹਰ ਬੰਦੇ ਦੇ ਸਵਾਲ ਹੁੰਦੇ ਨੇ ਜ਼ਿੰਦਗੀ ਦੇ, ਉਹ ਸਾਰੇ ਜਵਾਬ ਗੁਰਬਾਣੀ ਦੇ ਦਿੰਦੀ ਆ ਜੇ ਆਪਾਂ ਗੁਰੂ ਤੋਂ ਪੁੱਛੀਏ, ਜੇ ਆਪਾਂ ਗੁਰੂ ਕੋਲ ਆ ਕੇ ਸਜੀਏ। ਨਾਨਕ ਸ਼ਬਦ ਵਿਚਾਰੇ। ਗੁਰਸਿੱਖਾਂ ਦੀ ਸੰਗਤ ਵਿੱਚ ਆ ਕੇ ਮਨ ਕਾਬੂ 'ਚ ਆ ਜਾਂਦਾ। ਗੁਰਸਿੱਖ ਸ਼ਬਦ ਦੇ ਆਸ਼ਿਕ ਹੁੰਦੇ ਨੇ, ਗੁਰਸਿੱਖ ਆਸ਼ਿਕ ਸ਼ਬਦ ਦੇ, ਉਹ ਸ਼ਬਦ ਦੇ ਨਾਲ ਸਮਝਾਉਂਦੇ ਨੇ ਤੇ ਬੰਦਾ ਸਮਝ ਜਾਂਦਾ। ਇਹ ਰਿਸ਼ਤੇ ਆਪਣੇ ਸ਼ਬਦਾਂ ਦੇ ਨੇ ਨਾ, ਬੋਲ ਬਾਣੀ ਦੇ ਨੇ। ਆਪਾਂ ਕਹਿੰਦੇ ਵੀ ਸਾਡੀ ਫਲਾਣੇ ਬੰਦੇ ਨਾਲ ਬੋਲ ਬਾਣੀ ਨਹੀਂ ਹੋਣਾ, ਅਸੀਂ ਬੋਲਦੇ ਨਹੀਂ ਉਹਦੇ ਨਾਲ। ਬੋਲ ਬਾਣੀ 'ਚ ਕੀ ਹੁੰਦਾ? ਸ਼ਬਦ। ਸਾਡੀ ਸ਼ਬਦਾਂ ਦੀ ਸਾਂਝ ਨਹੀਂ ਉਹਦੇ ਨਾਲ, ਟੁੱਟ ਗਏ। ਹੁਣ ਰਿਲੇਸ਼ਨ ਨਹੀਂ ਰਿਹਾ ਸਾਡਾ, ਹੁਣ ਅਸੀਂ ਬੋਲਦੇ ਨਹੀਂ, ਸਾਡੀ ਬੋਲ ਬਾਣੀ ਨਹੀਂ ਉਹਨਾਂ ਨਾਲ। ਸ਼ਬਦਾਂ ਦੇ ਨਾਲ ਹੀ ਰਿਸ਼ਤੇ ਜੁੜਦੇ ਨੇ, ਸ਼ਬਦਾਂ ਦੇ ਰਾਹੀਂ ਟੁੱਟਦੇ ਨੇ। ਇੱਕ ਸ਼ਬਦ ਬੋਲੋਗੇ ਦੁਸ਼ਮਣ ਮਿੱਤਰ ਬਣ ਸਕਦਾ। ਇੱਕ ਸ਼ਬਦ ਬੋਲੋਗੇ ਕਈ ਸਾਲਾਂ ਦੀ ਦੋਸਤੀ ਦੁਸ਼ਮਣੀ ਹੋ ਸਕਦੀ ਹੈ, ਹੁੰਦੀ ਵੀ ਆ। ਇੱਕ ਸ਼ਬਦ ਇਹੋ ਜਿਹਾ ਕੀ ਆ, ਉਹ ਵਾਹਿਗੁਰੂ, ਜਿਹਨੂੰ ਬੋਲੋਗੇ ਤੁਸੀਂ ਰੱਬ ਦੇ ਨੇੜੇ। ਦੁਨੀਆ ਦੇ ਵਿੱਚ ਕੁਝ ਇਹੋ ਜਿਹੇ ਸ਼ਬਦ ਨੇ, ਬੋਲੋਗੇ ਤੁਸੀਂ ਕਿਹਦੇ ਨੇੜੇ ਹੋ ਜਾਓਗੇ? ਮਿੱਤਰ ਦੇ ਨੇੜੇ ਹੋ ਜਾਓਗੇ, ਮਾਂ ਪਿਓ ਦੇ ਨੇੜੇ ਹੋ ਜਾਓਗੇ, ਦੋਸਤਾਂ ਦੇ ਨੇੜੇ ਹੋ ਜਾਓਗੇ। ਇੱਕ ਕੌੜਾ ਸ਼ਬਦ ਆ, ਜੇ ਬੋਲੋਗੇ ਉਹਨਾਂ ਤੋਂ ਦੂਰ ਹੋ ਜਾਓਗੇ। ਇਹ ਦੁਨਿਆਵੀ ਸ਼ਬਦ ਹੋ ਗਏ ਨਾ। ਇੱਕ ਅਨਹਦ ਨਾਦ ਸ਼ਬਦ ਆ, ਓੰਕਾਰ ਵਾਹਿਗੁਰੂ ਆ। ਜੇ ਤੁਸੀਂ ਕਹੋਗੇ ਰੱਬ ਦੇ ਨੇੜੇ ਹੋ ਜਾਓਗੇ। ਇੱਦਾਂ ਜਿਹੜੇ ਰਾਜਿਆਂ ਦੇ ਨੇੜੇ ਰਹਿੰਦੇ ਨੇ ਲੋਕ, ਉਹ ਵਡਿਆਈ ਕਰ ਕਰਕੇ ਉਹਨਾਂ ਦੇ ਨੇੜੇ ਨਹੀਂ ਹੋ ਜਾਂਦੇ। ਫਿਰ ਸਿਫਾਰਸ਼ਾਂ ਪਾਉਣ ਲਈ ਉਹਨਾਂ ਨੂੰ ਪੈਸੇ ਦਿੰਦੇ ਨੇ ਲੋਕ ਵੀ ਤੁਸੀਂ ਉਹਦੇ ਨੇੜੇ ਹੋ, ਸਾਡਾ ਕੰਮ ਬਣ ਜਾਊਗਾ। ਯਾਦ ਰੱਖਣਾ, ਵਾਹਿਗੁਰੂ ਇੱਕ ਇਹੋ ਜਿਹਾ ਸ਼ਬਦ ਆ, ਤੁਸੀਂ ਰੋਜ਼ ਕਹੋਗੇ ਰੱਬ ਦੇ ਨੇੜੇ ਹੋ ਜਾਓਗੇ। ਉਹਦੇ ਵਰਗਾ ਸੁਭਾਅ ਬਣਨਾ ਸ਼ੁਰੂ ਹੋ ਜਾਏਗਾ। ਅੱਗੇ ਪਾਤਸ਼ਾਹ ਜੀ ਕਹਿੰਦੇ, ਕਰਤੈ ਕਾਰਣ ਜਿਨ ਕੀਆ ਸੋ ਜਾਣੈ ਸੋਈ। ਅੱਜ ਜਿਹਨੇ ਧਰਤੀ ਬਣਾਈ ਆ ਉਹੀ ਜਾਣਦਾ ਵੀ ਕੀ ਹੋਣਾ, ਕੱਲ ਨੂੰ ਕੀ ਹੋਣਾ। ਆਪੇ ਸ੍ਰਿਸ਼ਟੋ ਪਾਈਨ ਆਪੇ ਫਨਗੋਈ। ਕੱਲ ਨੂੰ ਸੂਰਜ ਚੜਾਉਣਾ ਕਿ ਨਹੀਂ ਚੜ੍ਹਨਾ, ਰਾਤ ਹੋਣੀ ਵੀ ਆ ਕਿ ਨਹੀਂ, ਇਹ ਉਹੀ ਜਾਣਦਾ। ਜੁਗ ਚਾਰੇ ਸਭ ਭਵ ਥਕੀ ਕਿਨ ਕੀਮਤ ਹੋਈ। ਚਾਰੇ ਯੁੱਗਾਂ ਦੇ ਵਿੱਚ ਬਹੁਤ ਖੋਜ ਹੋਈ। ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ। ਤੇਰਾ ਅੰਤ ਨਾ ਪਾਇਆ ਕਿਨੇ ਸੁਰਗ ਮੱਚ ਪਿਆਲ ਜੀ। ਪਰ ਤੇਰੀ ਕੀਮਤ ਨਹੀਂ ਪਾਈ ਗਈ। ਕੀਮਤ ਦਾ ਮਤਲਬ ਇਹ ਹੁੰਦਾ ਜਿਹੜੀ ਚੀਜ਼ ਆਪਣੇ ਕੋਲ ਆਪਾਂ ਤੈਅ ਕਰ ਦਿੰਦੇ ਆ ਵੀ ਇਹ ਇੰਨੇ ਹਜ਼ਾਰ ਦੀ ਆ। ਜੇ ਮੋਟਰਸਾਈਕਲ ਵੇਚਣਾ, ਗੱਡੀ ਵੇਚਣੀ ਆ, ਕੀਮਤ ਨਹੀਂ ਲਾ ਦਿੰਦੇ ਆ ਇੰਨੇ ਦੀ ਆ, ਇਦੋਂ ਘੱਟ ਨਹੀਂ ਵੇਚਣੀ। ਹੇ ਗੁਰੂ, ਤੇਰੀ ਕੀਮਤ ਤੈਅ ਨਹੀਂ ਹੋ ਪਾਈ। ਕਿਉਂ ਨਹੀਂ ਹੋ ਪਾਈ? ਹੈਂਸੇ ਮੁੱਕ ਗਏ, ਅੰਕੜੇ ਮੁੱਕ ਗਏ। ਕਲਗੀਆਂ ਵਾਲਿਆ ਤੂੰ ਇੰਨਾ ਅਨਮੋਲ ਆ, ਤੇਰੀ ਕੀਮਤ ਕਹੀ ਨਹੀਂ ਜਾ ਸਕਦੀ। ਜਿਹੜੀ ਚੀਜ਼ ਦੀ ਕੀਮਤ ਕਹੀ ਗਈ ਉਹ ਸਾਡੇ ਵੱਸ 'ਚ ਆ ਗਈ, ਉਹਨੂੰ ਅਸੀਂ ਖਰੀਦ ਸਕਦੇ ਹਾਂ। ਜਿਹੜੀ ਚੀਜ਼ ਕੀਮਤ ਹੀ ਨਹੀਂ ਜਿਹਦੀ, ਉਹ ਅਨਮੋਲ ਆ, ਉਹਨੂੰ ਕੋਈ ਖਰੀਦ ਨਹੀਂ ਸਕਦਾ। ਉਹਦੇ ਨਾਲ ਸਿਰਫ ਪਿਆਰ ਕੀਤਾ ਜਾ ਸਕਦਾ। ਉਹ ਸਾਂਝਾ ਵਾ, ਗੁਰੂ ਸਾਂਝਾ। ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਸੋਈ। ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ। ਹੋਣਾ ਉਹੀ ਆ ਜੋ ਕਰਤਾ ਕਰੇਗਾ। ਤੇਰਾ ਦਿਲ ਧੜਕ ਰਿਹਾ ਉਹਦੀ ਮਰਜ਼ੀ ਆ ਬੰਦਿਆ। ਤੇਰੀ ਅੱਖ ਖੁੱਲੀ ਆ ਉਹਦੀ ਮਰਜ਼ੀ ਆ। ਤੇਰੇ ਸਾਹ ਆ ਰਹੇ ਨੇ ਉਹਦੀ ਮਰਜ਼ੀ ਆ। ਇਸ ਕਰਕੇ ਐਸਾ ਗੁਰੂ ਹੈ ਸਾਡਾ। ਛੇਵੇਂ ਪਾਤਸ਼ਾਹ ਜੀ ਇੱਕ ਵਾਰ ਜਾ ਰਹੇ ਗੁਜਰਾਤ ਵਿੱਚ, ਜਦੋਂ ਲੰਘੇ ਨੇ, ਇੱਕ ਫਕੀਰ ਨੇ ਪੁੱਛਿਆ, ਕਿਉਂਕਿ ਉਹਨਾਂ ਨਾਲ ਪਰਿਵਾਰ ਸੀ, ਬਹੁਤ ਸਾਜੋ ਸਮਾਨ ਸੀ, ਰਾਜਿਆਂ ਵਾਂਗ ਰਹਿੰਦੇ ਸੀ। ਕਹਿੰਦੇ ਫਕੀਰ ਕੀ, ਇਸਤਰੀ ਕੀ ਤੇ ਫਕੀਰ ਕੀ, ਦੌਲਤ ਕੀ ਤੇ ਫਕੀਰ ਕੀ, ਪੁੱਤਰ ਕੀ ਤੇ ਫਕੀਰ ਕੀ, ਹਿੰਦੂ ਕੀ ਤੇ ਫਕੀਰ ਕੀ।
ਘੋੜੇ ਦੀਆਂ ਵਾਂਗਾਂ ਖਿੱਚ ਕੇ ਪਾਤਸ਼ਾਹ ਜੀ ਨੇ ਰੋਕਿਆ। ਕਹਿੰਦੇ ਫਕੀਰ ਜੀ ਤੁਸੀਂ ਸਮਝੇ ਨਹੀਂ, ਫਿਰ ਇਸਤਰੀ ਈਮਾਨ, ਪੁੱਤਰ ਨਿਸ਼ਾਨ, ਦੌਲਤ ਗੁਜਰਾਨ। ਫਕੀਰ ਆ ਉਹ ਨਾ ਹਿੰਦੂ ਨਾ ਮੁਸਲਮਾਨ। ਨਾ ਫਕੀਰ ਹਿੰਦੂ ਹੁੰਦੇ ਆ ਨਾ ਮੁਸਲਮਾਨ ਹੁੰਦੇ ਨੇ, ਸਾਂਝੇ ਹੁੰਦੇ ਨੇ। ਜਿਹੜੀ ਚੀਜ਼ ਸਾਂਝੀ ਆ ਉਹਦੀ ਕੀਮਤ ਨਹੀਂ ਤੁਸੀਂ ਕਹਿ ਸਕਦੇ। ਕਹਿੰਦੇ ਜਿਹੜੀ ਚੀਜ਼ ਸਾਂਝੀ ਨਹੀਂ, ਛੇਵੇਂ ਪਾਤਸ਼ਾਹ ਜੀ ਕਹਿੰਦੇ ਸੂਰਜ ਸਭ ਦਾ ਸਾਂਝਾ ਹੁੰਦਾ ਨਾ, ਉਹ ਦੀਵਾ ਹੋਊਗਾ ਕੋਈ, ਜਿਹੜਾ ਫਕੀਰ ਸਾਂਝਾ ਨਹੀਂ, ਕਿਸੇ ਦੇ ਘਰੇ ਜਗਦਾ ਹੋਇਆ, ਉਹਨੇ ਅੱਜ ਨਹੀਂ ਤਾਂ ਕੱਲ ਬੁੱਝ ਹੀ ਜਾਣਾ, ਉਹਦਾ ਪਖੰਡ ਉੱਭਰ ਜਾਣਾ। ਗੁਰੂ ਸਦਾ ਹੀ ਸਾਂਝਾ ਹੈ। ਗੁਰੂ ਸਦਾ ਹੀ ਸਾਨੂੰ ਸਮਝਾਉਂਦਾ। ਗੁਰੂ ਦੀ ਕੀਮਤ ਕਦੇ ਨਹੀਂ ਕਹੀ ਜਾ ਸਕਦੀ। ਜਿਨ੍ਹਾਂ ਨੇ ਸਾਡੇ ਲਈ ਸਰਬੰਸ ਵਾਰਿਆ, ਜਿਨ੍ਹਾਂ ਨੇ ਸਾਡੇ ਲਈ ਸ਼ਹਾਦਤਾਂ ਕੀਤੀਆਂ, ਜੋ ਚਮਕੌਰ ਦੀ ਗੜੀ 'ਚ ਸ਼ਹਾਦਤ ਪਾ ਗਏ, 2 ਸਰਹੰਦ ਦੀਆਂ ਦੀਵਾਰਾਂ ਦੇ ਅੰਦਰ ਬੜੀਆਂ ਕੀਮਤੀ ਜਿੰਦਾਂ ਨੀਹਾਂ ਵਿੱਚ ਆਣ ਖਲੋ ਗਈਆਂ। ਤੱਕ ਕੇ ਤਸੀਹਾ ਗਮ ਦਾ ਕੰਧਾਂ ਵੀ ਪਾਗਲ ਹੋ ਗਈਆਂ। ਸੋ ਇੰਨੇ ਤਸੀਹੇ ਦਿੱਤੇ ਜਿਨ੍ਹਾਂ ਨੂੰ, ਐਸਾ ਪਿਆਰ ਕੀਤਾ ਗੁਰੂ ਨੇ ਸਾਨੂੰ, ਉਹਦੀ ਕੀਮਤ ਗੁਰਸਿੱਖ ਪਿਆਰਿਓ ਕਹੀ ਨਹੀਂ ਜਾ ਸਕਦੀ। ਬਸ ਉਹਨਾਂ ਦਾ ਕਹਿਣਾ ਮੰਨਣਾ ਹੀ ਮੈਂ ਕਹੂੰਗਾ ਵੀ ਗੁਰੂ ਦੀ ਸੇਵਾ ਹੁੰਦੀ ਆ। ਜੇ ਅਸੀਂ ਸੇਵਾ ਵੀ ਕਰ ਲਈ, ਝਾੜੂ ਵੀ ਲਾ ਲਿਆ, ਬਰਤਨ ਵੀ ਧੋਲੇ, ਇਹ ਬਹੁਤ ਵੱਡੀਆਂ ਸੇਵਾਵਾਂ ਨੇ, ਕਰਨੀਆਂ ਚਾਹੀਦੀਆਂ ਨੇ, ਤੱਪੜ ਵੀ ਝਾੜ ਲਏ, ਪਰ ਇਹ ਕਰਨ ਦੇ ਬਾਵਜੂਦ ਅਸੀਂ ਮਿੱਠਾ ਨਾ ਬੋਲਿਆ, ਅਸੀਂ ਗੁਰੂ ਦਾ ਬਚਨ ਨਾ ਕਮਾਇਆ, ਭਾਈਚਾਰਾ ਨਾ ਬਣਾਇਆ, ਫਿਰ ਝਾੜੂ ਲਾਉਣਾ, ਬਰਤਨ ਮਾਂਜਣਾ, ਤੱਪੜ ਝਾੜਨੇ ਨੂੰ ਮਾਫ ਕਰਨਾ ਇੱਕ ਪਖੰਡ ਹੀ ਆ ਸਾਡਾ। ਬਜ਼ੁਰਗ ਨੂੰ ਤੁਸੀਂ ਘਰੇ ਪੈਰੀ ਹੱਥ ਲਾਈ ਚੱਲੋ, ਕੱਪੜੇ ਲਿਆ ਕੇ ਵੀ ਪਾਈ ਚੱਲੋ, ਨਵੇਂ ਨਵੇਂ ਨਿੱਤ ਲਿਆ ਦਿਓ। ਜੋ ਕਹਿੰਦਾ ਜੇ ਤੁਸੀਂ ਮੰਨੋਗੇ ਨਹੀਂ ਤਾਂ ਜਾਣ ਲੈਣਾ ਬਜ਼ੁਰਗ ਕਦੇ ਵੀ ਤੁਹਾਡੇ ਤੋਂ ਖੁਸ਼ ਨਹੀਂ ਹੋਵੇਗਾ। ਉਹਨੇ ਕਹਿਣਾ ਨਹੀਂ ਮੰਨਦੇ, ਪੈਰੀ ਹੱਥੀ ਲਾਉਂਦੇ ਆ ਬਸ। ਗੁਰੂ ਨੂੰ ਤੁਸੀਂ ਬਹੁਤ ਕੁਝ ਦੇ ਦਿਓ, ਉਹਦੇ ਦਿੱਤੇ 'ਚੋਂ ਹੀ ਦਓਗੇ। ਪਹਿਲੀ ਗੱਲ ਤਾਂ ਇਹ, ਸੇਵਾ ਵੀ ਕਰ ਲਓ, ਉਹ ਵੀ ਤੁਹਾਨੂੰ ਹੱਥ ਦਿੱਤੇ ਤਾਂ ਹੀ ਕਰ ਪਾਓਗੇ ਨਾ। ਗੁਰੂ ਦੇ ਤੁਸੀਂ ਦਰ 'ਤੇ ਆ ਕੇ ਆ ਵੀ ਜਾਓ, ਪੈਰ ਦਿੱਤੇ ਆ ਤਾਂ ਹੀ ਆ ਸਕੇ। ਜੇ ਤੁਸੀਂ ਕਹਿਣਾ ਨਹੀਂ ਮੰਨੋਗੇ, ਗੱਲ ਅਸਲ ਸੇਵਾ ਗੁਰੂ ਦਾ ਬਚਨ ਮੰਨਣਾ ਹੁੰਦੀ ਆ। ਉਹ ਪਹਿਲਾਂ ਪੂਰਨੇ ਨੇ, ਉਹ ਊੜਾ ਆਇੜਾ ਈੜੀ ਆ। ਅਸਲ ਗੱਲ ਜਿਹੜੀ ਬਾਅਦ ਵਿੱਚ ਜਦੋਂ ਕਹਿਣਾ ਮੰਨਣ 'ਤੇ ਆਉਂਦੀ ਆ, ਉਦੋਂ ਆਪਾਂ ਸਾਰੇ ਤੇ ਇੱਦਾਂ ਹੋ ਜਾਂਦੇ ਆ। ਸੋ ਪਾਤਸ਼ਾਹ ਜੀ ਨੇ ਸਾਨੂੰ ਇਹੀ ਆਖਿਆ ਹੈ, ਆਪਾਂ ਥੋੜ੍ਹੇ ਦਿਨਾਂ ਵਾਸਤੇ ਇੱਥੇ ਆਏ ਆ, ਆਪਾਂ ਚਲੇ ਜਾਣਾ, ਜਿੰਨੀ ਚੱਲਣ ਜਾਣੇ ਆ। ਇੱਥੋਂ ਗੱਲ ਸ਼ੁਰੂ ਹੋਈ ਸੀ, ਸੇ ਕਿਉਂ ਕਰੇ ਵਿਥਾਰ। ਵਿਥਾਰ ਦੇ ਅਰਥ ਨੇ ਖਿਲਾਰਾ। ਖਿਲਾਰਾ ਨਾ ਖਿਲਾਰੋ, ਕੂੜਾ ਨਾ ਬੋਲੋ, ਝੂਠ ਨਾ ਬੋਲੋ, ਪਿਆਰ ਵੰਡੋ, ਕਿਉਂਕਿ ਚਲੇ ਜਾਣਾ। ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੋੜ ਕੇ ਸ਼ੀਸ਼ ਮਹੱਲ ਚੱਲਿਆ। ਕੋਈ ਪਲਿਆ ਨਾਜ ਤੇ ਨਖਰਿਆਂ ਵਿੱਚ, ਕੋਈ ਗਰਮ ਰੇਤ ਤੇ ਥਲ ਚੱਲਿਆ। ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ। ਗੁਲਾਮ ਫਰੀਦਾ ਇੱਥੇ ਸਭ ਮੁਸਾਫਰ, ਕੋਈ ਅੱਜ ਚੱਲਿਆ ਕੋਈ ਕੱਲ੍ਹ ਚੱਲਿਆ। ਗੁਲਾਮ ਫਰੀਦਾ ਇੱਥੇ ਸਭ ਮੁਸਾਫਰ, ਕੋਈ ਅੱਜ ਚੱਲਿਆ ਕੋਈ ਕੱਲ੍ਹ ਚੱਲਿਆ। ਇੰਨੀਆਂ ਕੁ ਬੇਨਤੀਆਂ ਕਰੋ ਪ੍ਰਵਾਨ, ਭੁੱਲ ਚੁੱਕ ਦੀ ਖਿਮਾ। ਗੁਰੂ ਅੰਗਦ ਦੇਵ ਜੀ ਕੀ ਸ਼ਾਨ ਬਹੁਤ ਹੀ ਉੱਚੀ ਹੈ, ਬਹੁਤ ਹੀ ਉੱਚੀ ਹੈ। ਬੋਲਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ ਜੀ। ਗੁਰੂ ਦੀ ਪਿਆਰੀ ਸਾਧ ਸੰਗਤ ਤੇ ਸਤਿਗੁਰੂ ਜੀ ਆਪ ਹੀ ਬਖਸ਼ ਲੈਣ। ਵਾਹਿਗੁਰੂ ਜੀ ਸਾਡੇ ਤੇ ਮਿਹਰਾਂ ਕਰੋ, ਅਸੀਂ ਮੌਤ ਨੂੰ ਸਦਾ ਯਾਦ ਰੱਖ ਸਕੀਏ, ਤੁਹਾਨੂੰ ਕਦੇ ਭੁਲਾਈਏ ਨਾ। ਹੈ ਗੁਰੂ ਪਰਮੇਸ਼ਰ ਨੂੰ ਅੰਗ ਸੰਗ ਸਮਝੀਏ, ਨਗਰ 'ਚ ਥਵਾਕ ਬਣਾਓ, ਭਾਈਚਾਰਾ ਬਣਾਓ, ਗੁਰੂ ਦਾ ਕਹਿਣਾ ਮੰਨੋ, ਇਹਦੇ ਵਿੱਚ ਹੀ ਸਾਡਾ ਭਲਾ ਹੈ। ਆਓ ਹੁਣ ਵਾਹਿਗੁਰੂ ਮੰਤਰ ਦਾ ਆਪਾਂ ਜਾਪ ਕਰੀਏ ਕੁਝ ਸਮੇਂ ਲਈ, ਉਸ ਤੋਂ ਬਾਅਦ ਆਪਾਂ ਪਿਆਰੇ ਦੀ ਅਰਦਾਸ ਵਿੱਚ ਜੁਟਾਂਗੇ। ਵਾਹਿਗੁਰੂ